दुनिया का इतिहासिक मोर्चा है जिथे सब तो लंबा समा मोर्चा चलिया। उत्थे सब तो वध अज तक का पीसफुल मोर्चा और सब तो वध पार्टिसिपेशन वाला मोर्चा यह रहा। तो सरकार दा अपने राज हट च फसी है। तो असी ये फैसला किया है भी हुण जिहड़ी 5 स्टेटां दे विच इलैक्शन हो रही है उत्थे असी टीमां बनाईयां सारे स्टेटां दे विच वो जाके असी प्रचार करांगे भी जिन्हों मर्जी वोट दिओ, सिर्फ बीजेपी नूं सज़ा दिओ, उन्होंने वोट नहीं देनी। असी किसी एक पर्टिकुलर पार्टी या किसी पर्टिकुलर कैंडीडेट की हमायत नहीं करांगे। असी सिर्फ ये बेनती करन जावांगे भी बीजेपी नूं वोट ना दित्ती जाए। तो इहदे लई अज सर हरमीत सिंह कादियाँ, मैं सर गुरनाम सिंह उत्थों सीधे आउणगे एयरपोर्ट ते। असी अज कलकत्ते जावांगे तो कल नूं उत्थे एक रैली भी होएगी और असी 294 उत्थे हल्के ने असैंबली दे 294 गड्डियां कल नूं हरी झंडी दे के हर हल्के च एक गड्डी लिटरेचर वंडण वास्ते किसान मोर्चे के संबंध उत्थों कल नूं असी उन्हां नूं तोरांगे सारे हल्किਆਂ ਦੇ ਵਿੱਚ। जिथे हर रोज़ तकरीबन 3 ਤੋਂ 4 रैलियां एक ग्रुप एड्रैस करेगा। असी 4 ग्रुप बनाए है लीडर्स के, तकरीबन 12 रैलियां मिनीमम अलग अलग ਜ਼ਿਲ੍ਹਿਆਂ ਦੇ ਵਿੱਚ असी एड्रैस करांगे 4 दिन ਲਈ। फिर आसाम 2 टीमां जा चुकियां, कुछ बंगाल वालियां टीमां फिर उत्थे आसाम चलियां जाणगियां। असी केरला जावांगे। इस तरह जिद्दां जिद्दां जिहदी ड्यूटी जिथे लगी है सारे असी बीजेपी के विरुद्ध प्रचार करने लई उन्हां सारियां सूबिਆਂ ਵਿੱਚ जावांगे। बहुत बहुत ਤੁਸੀਂ ਕਹਿ ਦਿਓ। ਸਾਡਾ ਜਿਹੜਾ ਮੇਨ ਮੋਟਿਵ ਇਹਦੇ ਬੀਜੇਪੀ ਦੇ ਉਲਟ ਜਾਣ ਦਾ ਆਪਾਂ ਨੂੰ ਕਲੀਅਰ ਹੀ ਆ ਵੀ ਜਿਹੜੇ 3 ਲਾਅ ਬਣਾਏ ਨੇ ਉਹਨਾਂ ਦੇ ਵਿਰੋਧ 'ਚ ਅਸੀਂ ਬੈਠੇ ਹਾਂ। ਉਹ ਆਪਣੀ ਈਗੋ ਨਾਲ, ਡਿਕਟੇਟਰਸ਼ਿਪ ਨਾਲ ਸਾਡੇ ਤੇ ਕੋਈ ਫੈਸਲੇ ਤੇ ਨਹੀਂ ਉਤਰੇ। ਅੱਜ 47-48 ਦਿਨ ਹੋ ਗਏ ਉਹਨਾਂ ਦੀ ਕੋਈ ਕਾਲ ਨਹੀਂ, ਕੋਈ ਮੀਟਿੰਗ ਨਹੀਂ। ਤੇ ਜਿਸ ਤਰ੍ਹਾਂ ਦਾ ਰਵੱਈਆ ਉਹ ਆਵਾਮ ਪ੍ਰਤੀ ਤੇ ਕਿਸਾਨਾਂ ਪ੍ਰਤੀ ਦਿਖਾ ਰਹੇ ਨੇ ਉਹ ਤੁਹਾਡੇ ਸਾਹਮਣੇ ਆ। ਤੇ ਇਸ ਕਰਕੇ ਅਸੀਂ ਇਹ ਸੋਚਿਆ ਵੀ ਜਿਵੇਂ ਆਪਾਂ ਪੰਜਾਬ 'ਚ ਪਹਿਲਾਂ ਐਜੀਟੇਸ਼ਨ ਕਰਕੇ ਇਹਨੂੰ ਦਿੱਲੀ ਦੇ ਬਰੋਹਾਂ ਤੱਕ ਲੈ ਕੇ ਗਏ, ਉਸ ਤੋਂ ਬਾਅਦ ਇਹਨੂੰ ਹੁਣ ਪ੍ਰਸਾਰ ਕਰਦੇ ਨਾਰਥ ਇੰਡੀਆ ਤੱਕ ਗਏ, ਹੁਣ ਆਪਾਂ ਪੂਰਾ ਇੰਡੀਆ ਕਵਰ ਕਰਨਾ ਵੀ ਜਿਹੜੀਆਂ ਵੀ ਇਹ ਲਾਅ ਨੇ ਇਹਨਾਂ ਦੇ ਅਗੇਂਸਟ ਲੋਕਾਂ ਨੂੰ ਅਵੇਅਰ ਕਰੀਏ ਤੇ ਉਹਨਾਂ ਨੂੰ ਦੱਸੀਏ ਵੀ ਇਹ ਲਾਅ ਕਿਸ ਕਿਸ ਤਰ੍ਹਾਂ ਦੇ ਤੁਹਾਡੇ ਨੁਕਸਾਨ ਕਰ ਸਕਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਗਲੀ ਜਨਰੇਸ਼ਨ ਦਾ ਅਗਲੀ ਫਾਰਮਿੰਗ, ਅਗਲੀ ਸੋਸ਼ਲ ਸਿਸਟਮ ਤੇ ਇਕਨੋਮਿਕਲ ਸਿਸਟਮ ਸਾਰਾ ਚੇਂਜ ਕਰ ਸਕਦੇ ਨੇ। ਇਸ ਕਰਕੇ ਇਹਨੂੰ ਵਿਚਾਰ ਕਰਕੇ ਉਹਨਾਂ ਦੀ ਲੈਂਗੁਏਜ ਉੱਥੇ ਜਾ ਕੇ ਪ੍ਰਚਾਰ, ਲੈਂਗੁਏਜ ਜਿਹੜਾ ਡਿਫਰੈਂਸਿਸ ਆ ਸਾਊਥ ਦਾ, ਵੈਸਟ ਬੰਗਾਲ ਦਾ, ਉਹ ਆਪਾਂ ਕਵਰ ਕਰਨਾ। ਉੱਥੋਂ ਤੋਂ ਬੰਦੇ ਜਿਹੜੇ ਸਾਡੇ ਟਰਾਂਸਲੇਟ ਕਰਨਗੇ ਤੇ ਬਰਾਬਰ ਉੱਥੇ ਫਿਜ਼ੀਕਲ ਫਾਰਮ 'ਚ ਪ੍ਰੈਜ਼ੈਂਟ ਹੋ ਕੇ ਅਸੀਂ ਆਪਦੀ ਪੰਜਾਬ ਦੀ ਜਾਂ ਹਰਿਆਣਾ ਦੀ, ਨਾਰਥ ਇੰਡੀਆ ਦੀ ਪ੍ਰੈਜੈਂਟੇਸ਼ਨ ਕਰਾਂਗੇ ਵੀ ਕਿਸਾਨ ਇੱਥੇ ਕਿਹੜੇ ਲੈਵਲ ਦੇ ਉੱਤੇ ਬੈਠੇ ਨੇ, ਜਿਹੜਾ ਕਿ ਸਾਡਾ ਮੀਡੀਆ ਕਵਰ ਨਹੀਂ ਕਰ ਰਿਹਾ। ਨੈਸ਼ਨਲ ਮੀਡੀਆ ਤੁਸੀਂ ਬਹੁਤ ਸਾਥ ਦਿੱਤਾ ਪਰ ਨੈਸ਼ਨਲ ਮੀਡੀਆ ਕਵਰ ਨਹੀਂ ਕਰ ਰਿਹਾ, ਉਹਨੂੰ ਕਵਰ ਕਰਨ ਦੀ ਸਾਡੀ ਕੋਸ਼ਿਸ਼ ਹੈਗੀ। मैं एक होर बेनती करते हैं। असी कल की मीटिंग 'ਚ ਇਹ भी तय किया भई 15 तारीख ਨੂੰ ਜਿਹੜੀਆਂ ਜਿੰਨੀਆਂ ਐਮਪਲਾਈਜ਼ ਦੀਆਂ, ਵਪਾਰੀਆਂ ਦੀਆਂ ਫੈਡਰੇਸ਼ਨਸ ਨੇ ਉਹਨਾਂ ਨਾਲ ਮਿਲ ਕੇ ਅਸੀਂ ਪ੍ਰਾਈਵੇਟਾਈਜੇਸ਼ਨ ਦਾ ਵਿਰੋਧ ਕਰਨ ਜਾ ਰਹੇ ਹਾਂ 15 ਤਾਰੀਖ ਨੂੰ। ਤੇ 19 ਤਾਰੀਖ ਨੂੰ ਜਿਹੜੇ ਇਹਨਾਂ ਨੇ ਮੰਡੀ ਤੋੜਨ ਵਾਸਤੇ FCI ਨੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਪੰਜਾਬ ਦੇ ਵਿੱਚ ਵੀ ਤੁਸੀਂ ਜ਼ਮੀਨ ਦੇ ਨੰਬਰ ਦਿਓ ਤਾਂ ਉਹ ਤੋਂ ਬਾਅਦ ਤੁਹਾਨੂੰ ਪੇਮੈਂਟ ਮਿਲੇਗੀ, ਆਪਣੇ ਆਪ ਨੂੰ ਰਜਿਸਟਰ ਕਰਾਓ। ਉਹਦੇ ਵਿਰੋਧ ਵਿੱਚ ਅਸੀਂ ਕਿਹਾ ਸਾਰੇ ਪੰਜਾਬ ਦੀਆਂ ਨਹੀਂ ਸਾਰੇ ਦੇਸ਼ ਦੀਆਂ ਮੰਡੀਆਂ ਵਿੱਚ ਜਿਹੜੇ ਆੜਤੀ ਨੇ, ਪੱਲੇਦਾਰ ਨੇ, ਮੁਨੀਮ ਨੇ, ਕਿਸਾਨ ਨੇ, ਉਹ ਆਪੋ ਆਪਣੀ ਮੰਡੀ ਵਿੱਚ ਆਪੋ ਆਪਣੇ ਢੰਗ ਨਾਲ ਵਿਰੋਧ ਕਰਨਗੇ। ਤੇ 26 ਤਾਰੀਖ ਨੂੰ ਭਾਰਤ ਬੰਦ ਹੋਏਗਾ ਇਹ ਸਾਰੇ ਕੁਝ ਦੇ ਖਿਲਾਫ, ਕਿਉਂਕਿ ਜਿਸ ਤਰ੍ਹਾਂ ਦਾ ਜਿਹੜੀਆਂ ਗੱਲਾਂ ਬਾਹਰ ਆ ਰਹੀਆਂ ਉਹਦੇ ਮੁਤਾਬਕ ਆਉਣ ਵਾਲੇ ਸਮੇਂ 'ਚ ਮੋਦੀ ਸਰਕਾਰ ਸਭ ਕੁਝ ਪ੍ਰਾਈਵੇਟ ਕਰਨ ਜਾ ਰਹੀ ਹੈ ਔਰ ਸਿਰਫ 4 ਮਹਿਕਮੇ ਰੱਖਣਗੇ ਆਪਣੇ ਕੋਲ। ਉਹਨਾਂ ਨੇ ਤੈਅ ਕਰ ਲਿਆ ਭਈ ਕੋਈ ਵੀ ਜਿਹੜੇ ਸਰਕਾਰੀ ਕੰਪਨੀਆਂ ਨੇ ਉਹ ਸਭ ਪ੍ਰਾਈਵੇਟ ਕਰ ਦੇਣੀਆਂ। ਤੇ ਜਿਹੜੇ ਲੇਬਰ ਕਲਾਸ ਹੈ ਉਹਨਾਂ ਦੇ ਵਰਕਿੰਗ ਆਵਰਸ 8 ਤੋਂ ਵਧਾ ਕੇ 12 ਘੰਟੇ ਕਰ ਦਿੱਤੇ। ਉਹਨਾਂ ਦੇ ਬਹੁਤ ਸਾਰੇ ਹੱਕ ਜਿਹੜੇ ਸੀ ਕੋਰਟ 'ਚ ਜਾਣ ਦੇ, ਲੇਬਰ ਕੋਰਟ ਜਾਣ ਦੇ, ਉਹ ਖੋਹ ਲਏ। ਇਸ ਤਰ੍ਹਾਂ ਦੇ ਫੈਸਲੇ ਸਾਰੇ ਕੀਤੇ ਹੋਏ ਆ ਮੋਦੀ ਸਰਕਾਰ ਨੇ, ਜਿਹਦੇ ਨਾਲ ਕਾਰਪੋਰੇਟਸ ਨੂੰ ਕੋਈ ਦਿੱਕਤ ਨਾ ਆਵੇ। ਸਾਰਾ ਕੁਝ ਕਾਰਪੋਰੇਟਸ ਦੇ ਹਵਾਲੇ ਕਰਨ ਜਾ ਰਹੇ ਨੇ ਦੇਸ਼ ਦਾ। तो ये लिए असी सारे आम शहरियों भी अपील करांगे
ਵੀ ਜਿੰਨੀ ਦੇਰ ਤੱਕ ਸਾਰਾ ਦੇਸ਼ ਬਾਹਰ ਨਹੀਂ ਨਿਕਲੇਗਾ, ਮੋਦੀ ਸਰਕਾਰ ਦੇ ਇਹਨਾਂ ਕਾਰਨਾਮਿਆਂ ਨੂੰ ਠੱਲ ਨਹੀਂ ਪਏਗੀ। ਸਾਰਿਆਂ ਨੂੰ ਬਾਹਰ ਨਿਕਲ ਕੇ ਸਾਥ ਦੇਣਾ ਚਾਹੀਦਾ। ਰਾਜਾ ਸਾਹਿਬ, ਜਿਹੜਾ ਇਹ ਸਿਰਫ ਇੱਕ ਤੁਸੀਂ ਪੱਛਮ ਬੰਗਾਲ ਦੀ ਗੱਲ ਕੀਤੀ ਹੈ ਕਿ ਬਾਕੀ ਜਿਹੜੀਆਂ ਸਟੇਟਸ ਦੇ ਵਿੱਚ ਵੀ ਕਿਸਾਨ ਮੋਰਚੇ ਵੱਲੋਂ ਜਾਇਜ਼ ਹੈ? 2 ਮਿੰਟ ਮੈਨੂੰ ਗੱਲ 2 ਮਿੰਟ ਤੁਹਾਡੇ ਸਵਾਲ ਲੈਣੇ ਇਹਦੇ ਹੈਗਾ ਟਾਈਮ 2 ਮਿੰਟ ਪਲੀਜ਼, ਕਿਉਂਕਿ ਮੈਂ ਵੀ ਸਵੇਰ ਦਾ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਬੜੀ ਪੇਸ਼ੈਂਸ ਦੇ ਨਾਲ ਇਸ ਮਹਾਯੁੱਧ ਦੇ ਵਿੱਚ ਜਿਹੜਾ ਦੇਸ਼ ਦੇ ਵਿੱਚ ਇੱਕ ਨਵਾਂ ਇਨਕਲਾਬ ਲਿਆਉਣ ਜਾ ਰਿਹਾ ਉਹਦੇ ਵਿੱਚ ਸ਼ਾਮਲ ਹੋਏ ਆ। ਤੁਸੀਂ ਐਕਟਿਵਲੀ ਦਿਲਚਸਪੀ ਲੈ ਕੇ ਇਸ ਸਾਰੇ ਮੈਸੇਜ ਨੂੰ, ਸੁਨੇਹੇ ਨੂੰ ਤੁਸੀਂ ਦੂਰ ਦਰਾਡੇ ਦੇਸ਼ ਵਿਦੇਸ਼ ਵਿੱਚ ਲਗਾਤਾਰ ਪਹੁੰਚਾਉਂਦੇ ਆ। ਮੈਂ ਮੀਡੀਆ ਦਾ ਇੱਕ ਵਾਰੀ ਫਿਰ ਬਹੁਤ ਧੰਨਵਾਦੀ ਹਾਂ। ਦੂਸਰੀ ਗੱਲ ਕਿ ਜੋ ਇੱਕ ਪਾਸੇ मैं ये कहूँगा कि काउंटर रेवोल्यूशनरी फोर्सेज जिस तरीके नाल मोदी जी वालों एक बड़े ही प्लान ढंग दे नाल मजदूरां, किसानां, दलितां सारियां उपर वड्डे पद्धर ते लगातार हमला किया जा रहा और कोरोना की आड़ दे विच जिस तरीके नाल ये किया गया वो साडे सारियां दे सामने है। 44 कानून लेबर दे तोड़ के 4 लेबर कोड तुसीं बनाते आ जिहदे विच सीधा सीधा कारपोरेटां नूं खुल्लियां छुट्टियां दे दित्तियां और एक पासे पार्लीमेंट के अंदर देश का प्रधानमंत्री ये गल कहे कि MSP रही है, रहूगी और अज भी है, तो दूसरे पासे तुसी FCI नूं कह के सीधा पे सीधा तुसी की कहना चाहुंदे आ कि असीं खातियां दे विच पावांगे, जिहड़े टेनेंट कित्थे जाणगे, जिहड़े किराए ते जमीन लैके करदे आ, ठेके ते जमीन लैके करदे आ, वो कित्थे जाणगे और जिहड़े बाकी आड़तीआ दा सिस्टम है वो कित्थे जाऊगा? मंडियां खत्म करन वाल चले। मैं तुहानूं कहना ये चाहुंदा आ वीरो कि इस लड़ाई नूं सिर्फ किसानां दी लड़ाई तक सीमित होके ना देखो, ये हर उस व्यक्ति वीर भैन भरा दी लड़ाई है। जिस तरह तुसीं अंग्रेज़ों तो देश नूं आज़ाद कराउण वेले वड्डे पद्धर ते कुर्बानियां दित्तियां, पंजाब और पश्चिमी बंगाल ने खास तौर पर कुर्बानियां दित्तियां, ये इतिहास है। उस तरीके नाल अज फिर ये 2 सिरे जिहड़े देश दे आ, पश्चिमी बंगाल ते खास करके जिहड़ा पंजाब आ, वो वड्डे पद्धर ते इस गल दे उत्ते इस आज़ादी दी जंग दे विच शामिल होण जा रहे आ। ये आज़ादी दी जंग इन्हां कारपोरेटां तो, इन्हां इस किस्म दे प्राइवेटाइजेशन दे युग तो और जिहड़ी साडी अनपढ़ता और जिहड़ी साडी सेहत सेवावां दे विच जिन्ना धांधली है, उन्हां सारियां गल्लां तो एक वड्डा महाज जिहड़ा किसानां दी लीडरशिप विच जिहड़े कि बहुत ही सूझ-बूझ दे नाल अज तक इस मूवमेंट नूं अगे वधा रहे आ और वो चल पिया। और इस मैनूं चंगी खबर मैं तुहानूं ये दिन्ना आ कि समुचे देश दे विच इन्ना ज़्यादा वड्डा हंगारा आ। मैं हुणे मैनूं पश्चिमी बंगाल तो 2 फोन आए आ, उत्थे इन्ने वड्डे पद्धर ते ऑलरेडी लोग उत्साहित हैगे आ और इस तरीके नाल जिवें राजेवाल जी ने दस्सिया कि मैनूं लगदा कि मोदी नूं बहुत बुरे तरीके दे नाल पुट्ठे मूँह वो बंगाली सुट्टण लई इस वेले उत्थे दी बंगाल दी धरती ते तैयार आ। असीं इसे उम्मीद दे नाल उत्थे चले आ और अपना जिहड़ा सुनेहा देण चले आ। बहुत बहुत धन्नवाद। मैं दे रहा सवाल इस तरह भी एक तो 5 ਜਿਹੜੀਆਂ ਸਟੇਟਾਂ ਚੋਣ ਹੋ ਰਹੀ ਹੈ ਉੱਥੇ ਤਾਂ ਅਸੀਂ ਜਾ ਹੀ ਰਹੇ ਹਾਂ। ਇਹ ਤੋਂ ਬਿਨਾਂ ਪਿਛਲੇ ਜਿਹੜੇ ਹੁਣ ਤੱਕ ਕਿਉਂਕਿ ਪੰਜਾਬ ਤੋਂ ਅੰਦੋਲਨ ਸ਼ੁਰੂ ਹੋਇਆ, ਫਿਰ ਹਰਿਆਣਾ ਇਹਦੇ ਵਿੱਚ ਜੁੜਿਆ, ਉਹਦੇ ਬਾਅਦ UP, ਉੱਤਰਾਖੰਡ, ਰਾਜਸਥਾਨ ਨੇੜੇ ਦੀਆਂ ਸਟੇਟਾਂ ਸਾਰੀਆਂ ਜਿਹੜੀਆਂ ਉੱਥੇ ਬੈਠੀਆਂ ਨੇ ਧਰਨੇ ਤੇ ਇਹ ਜੁੜੀਆਂ। ਇਹ ਵੀ ਅਸਲੀਅਤ ਹੈ ਵੀ ਉਹਦੇ ਬਾਅਦ ਵੱਧਦਾ ਇਹ ਅੰਦੋਲਨ ਅੱਜ 21 ਰਾਜਾਂ ਵਿੱਚ ਫੈਲ ਗਿਆ। ਬੜਾ ਐਕਟਿਵਲੀ ਲੋਕ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ। ਤੇ ਇੱਕ ਤੁਸੀਂ ਮੇਰੇ ਨਾਲੋਂ ਬਿਹਤਰ ਜਾਣਦੇ ਹੋ ਇਤਿਹਾਸ ਹੈ ਸਾਡਾ, ਪਤਾ ਨਹੀਂ ਕੁਦਰਤ ਵਾਲੇ ਨੇ ਕਿੱਦਾਂ ਲਿਖਿਆ, ਹਰ ਅੰਦੋਲਨ ਦੀ ਸ਼ੁਰੂਆਤ ਪੰਜਾਬ 'ਚੋਂ ਹੁੰਦੀ ਹੈ। ਆਜ਼ਾਦੀ ਦੀ ਲੜਾਈ ਪੰਜਾਬ 'ਚੋਂ ਸਭ ਤੋਂ ਵੱਧ ਕੁਰਬਾਨੀਆਂ, ਐਮਰਜੈਂਸੀ ਦੇ ਖਿਲਾਫ ਅਸੀਂ ਲੜੇ। ਹੁਣ ਇਸ ਅੰਦੋਲਨ ਦਾ ਮੁੱਢ ਵੀ ਵੱਜਾ ਤਾਂ ਪੰਜਾਬ 'ਚੋਂ ਵੱਜਾ ਤੇ ਬਾਕੀ ਲੋਕ ਨਾਲ ਸ਼ਾਮਲ ਹੁੰਦੇ ਗਏ। ਤੇ ਅਸੀਂ ਬੰਗਾਲ ਦੇ ਲੋਕਾਂ ਨੂੰ ਇਹ ਵੀ ਕਹਿਣ ਵਾਲੇ ਹਾਂ ਵੀ ਜਦੋਂ ਆਜ਼ਾਦੀ ਦੀ ਲੜਾਈ ਹੋਈ ਸਹੀ ਮਾਅਨੇ ਵਿੱਚ ਪੰਜਾਬ ਤੇ ਬੰਗਾਲ ਨੇ ਲੜੀ। ਪੰਜਾਬ ਔਰ ਬੰਗਾਲ ਦੇ ਲੋਕ ਸੀ ਜਿਨ੍ਹਾਂ ਦੀ ਕੱਟ-ਵੱਢ ਹੋਈ। ਅਸੀਂ ਆਪੋ ਵਿੱਚ ਹੀ ਭਰਾਵਾਂ ਨੂੰ ਜਿਹੜੇ ਬੰਗਲਾਦੇਸ਼ 'ਚ ਗਏ, ਪਾਕਿਸਤਾਨ 'ਚ ਗਏ, ਉਹ ਵੱਡੇ ਜਿਹੜੇ ਉੱਧਰੋਂ ਆਏ ਉਹਨਾਂ ਨੇ ਵੱਢਿਆ। ਉਹ ਆਜ਼ਾਦੀ ਦੀ ਲੜਾਈ ਸਭ ਤੋਂ ਵੱਡਾ ਹਿੱਸਾ ਇਹਨਾਂ ਦੋਨਾਂ ਰਾਜਾਂ ਦਾ ਸੀ। ਤੇ ਹੁਣ ਵੀ ਇਸ ਅੰਦੋਲਨ ਵਿੱਚ ਅਸੀਂ ਉਮੀਦ ਕਰਾਂਗੇ ਵੀ ਇਹ ਦੋਵੇਂ ਰਾਜ ਫਿਰ ਅਹਿਮ ਰੋਲ ਅਦਾ ਕਰਨਗੇ। ਸਾਰੀਆਂ ਸਟੇਟਾਂ ਵਿੱਚ ਅਸੀਂ ਕਿਸਾਨਾਂ ਨੂੰ ਤਾਂ ਅਪੀਲ ਕਰਨੀ ਹੈ, ਆਮ ਲੋਕਾਂ ਨੂੰ ਜਿਸ ਤਰ੍ਹਾਂ ਦਾ ਹੁਣ ਲੇਟੈਸਟ ਆਈ ਜਾ ਰਿਹਾ ਬਾਹਰ
ਜੋ ਕੁਝ ਮੋਦੀ ਸਰਕਾਰ ਕਰਨ ਜਾ ਰਹੀ ਹੈ, ਕਿਸੇ ਵਰਗ ਨੂੰ ਬਖਸ਼ਣਾ ਨਹੀਂ ਇਹਨਾਂ ਨੇ। ਤੋ ਇਸ ਲਈ ਅਸੀਂ ਸਾਰੇ ਦੇਸ਼ ਵਿੱਚ ਜਾਵਾਂਗੇ, ਭਾਵੇਂ ਸਾਨੂੰ ਸਪੋਰਟ ਮਿਲਦੀ ਹੈ। ਅਸੀਂ ਆਉਣ ਵਾਲੇ ਦਿਨਾਂ ਵਿੱਚ ਆਪਣੀਆਂ ਟੀਮਾਂ ਬਣਾ ਕੇ ਹਰ ਰਾਜ ਵਿੱਚ ਜਾ ਕੇ ਲੋਕਾਂ ਨੂੰ ਵੱਡੀਆਂ ਰੈਲੀਆਂ ਕਰਕੇ ਇਹ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਕਹਾਂਗੇ। ਰਾਜੇਵਾਲ ਸਾਹਿਬ, ਮੋਦੀ ਸਰਕਾਰ ਵੱਡਾ ਦੋਸ਼ ਲਾ ਰਹੀ ਹੈ ਵੀ ਕਿਸਾਨ ਜਥੇਬੰਦੀਆਂ ਸਿਆਸਤ ਕਰ ਰਹੀਆਂ ਨੇ, ਇਹ ਮੋਦੀ ਨੂੰ ਡੀਫੇਮ ਕਰ ਰਹੀਆਂ ਨੇ। ਇਹਨਾਂ ਵਿੱਚ ਕਾਮਰੇਡ ਨੇ, ਉਹਨਾਂ ਦਾ ਕੰਮ ਹੀ ਇਹੀ ਹੈ ਵੀ ਸਰਕਾਰਾਂ ਵਿਰੁੱਧ ਲੜਨਾ। ਜਦੋਂ ਤੁਸੀਂ ਕੋਲਕਾਤਾ ਜਾਓਗੇ ਜਾਂ ਤੁਸੀਂ ਬਿਹਾਰ ਜਾਓਗੇ, ਉੱਥੇ ਜਾ ਕੇ ਕਹੋਗੇ ਕਿ ਬੀਜੇਪੀ ਨੂੰ ਵੋਟ ਨਾ ਪਾਓ, ਉਹਦਾ ਅਰਥ ਇਹੀ ਹੈ ਵੀ ਤੁਸੀਂ ਕਿਸੇ ਹੋਰ ਦੀ ਸਪੋਰਟ ਕਰ ਰਹੇ ਜਾਂ ਕੋਈ ਹੋਰ ਜਿੱਤੇਗਾ ਤੇ ਲੱਗੂਗਾ ਨਹੀਂ ਕਿ ਤੁਹਾਡੇ ਤੇ 25 ਸਟੈਂਪ ਲੱਗ ਗਏ ਤੇ ਦੇਖ ਲਓ ਇਹ ਤਾਂ ਹੁਣ ਵੋਟਾਂ ਵੀ ਮੰਗ ਰਹੇ ਨੇ ਤੇ ਸਿਆਸਤ ਕਰ ਰਹੇ ਨੇ। ਨਹੀਂ, ਇਸ ਤਰ੍ਹਾਂ ਨਹੀਂ। ਅਸੀਂ ਕਿਸੇ ਪਰਟੀਕੂਲਰ ਕੈਂਡੀਡੇਟ, ਕਿਸੇ ਪਾਰਟੀ ਵਾਸਤੇ ਵੋਟ ਨਹੀਂ ਮੰਗਾਂਗੇ। ਉੱਥੇ 3-4 ਪਾਰਟੀਆਂ ਹੋਰ ਵੀ ਹੋ ਸਕਦੀਆਂ। ਅਸੀਂ ਸਿਰਫ ਤੇ ਸਿਰਫ ਬੀਜੇਪੀ ਦਾ ਵਿਰੋਧ ਕਰਨ ਲਈ ਜਾਵਾਂਗੇ। ਇੱਕ ਤਾਂ ਇਹ ਬੜੀ ਸਾਫ਼ ਗੱਲ ਹੈ। ਬਾਕੀ ਮੋਦੀ ਸਰਕਾਰ ਦੇ ਕੋਲ ਕਹਿਣ ਲਈ ਕੁਝ ਨਹੀਂ। ਉਹ ਜਿਸ ਤਰ੍ਹਾਂ ਅਸੀਂ ਉਹਨਾਂ ਨੂੰ ਇਹ ਕਾਨੂੰਨਾਂ ਦੇ ਸੰਬੰਧ 'ਚ ਬਾਰ-ਬਾਰ, ਇੱਕ ਵਾਰ ਨਹੀਂ 3-4 ਵਾਰ ਅਸੀਂ ਕਲੌਜ਼ ਬਾਈ ਕਲੌਜ਼ ਬਹਿਸ ਕੀਤੀ ਤੇ ਹਰ ਕਲੌਜ਼ ਦੀ ਬਹਿਸ ਤੋਂ ਬਾਅਦ ਉਹ ਕਹਿੰਦੇ ਸੀ ਅੱਛਾ ਇਹਦੇ 'ਚ ਇਹ ਅਮੈਂਡਮੈਂਟ ਕਰ ਦਿੰਦੇ ਆ। ਅਗਲੀ ਵਾਰੀ ਹੋਰ ਅਗਲੀ ਕਲੌਜ਼ 'ਤੇ ਹੋਈ, ਅੱਛਾ ਇਹਦੇ 'ਚ ਇਹ ਅਮੈਂਡਮੈਂਟ ਕਰ ਦਿੰਦੇ ਆ। ਤੇ ਸਾਡਾ ਕਹਿਣਾ ਸੀ ਜੇ ਇੰਨੀਆਂ ਅਮੈਂਡਮੈਂਟਾਂ ਹੀ ਕਰਨੀਆਂ ਨੇ ਫਿਰ ਇਹਦੇ ਵਿੱਚ ਹੈ ਕੁਝ ਨਹੀਂ ਤਾਂ ਇਹਨੂੰ ਵਾਪਸ ਕਿਉਂ ਨਹੀਂ ਲੈਂਦੇ। ਅੱਜ ਉਹਨਾਂ ਨੇ ਇਹਨੂੰ ਇੱਜ਼ਤ ਦਾ ਸਵਾਲ ਬਣਾਇਆ ਕਿਉਂਕਿ ਅੱਜ ਤੱਕ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕੋਈ ਵੀ ਕਾਨੂੰਨ ਨਹੀਂ ਜਿਹੜਾ ਬਣਦੇ ਸਾਰੇ ਰਿਪੀਲ ਕਰਨ ਦੀ ਮੰਗ ਉੱਠੀ ਹੋਵੇ। ਇਹ ਪਹਿਲੀ ਵਾਰੀ ਹੋਇਆ। ਪਹਿਲੀ ਵਾਰੀ ਇਹ ਕਾਨੂੰਨ ਨੇ ਜਿਨ੍ਹਾਂ ਦੇ ਖਿਲਾਫ ਇੱਕਦਮ ਆਵਾਜ਼ ਉੱਠੀ ਵੀ ਰਿਪੀਲ ਕੀਤੇ ਜਾਣ। ਅਮੈਂਡਮੈਂਟਸ ਵੀ 20-20, 30-30 ਸਾਲ, 50 ਸਾਲ ਬਾਅਦ ਹੁੰਦੀਆਂ ਨੇ। ਅਮੈਂਡਮੈਂਟਸ ਵੀ ਕਦੇ ਨਹੀਂ ਹੋਈਆਂ। ਇੱਥੇ ਤਾਂ ਰਿਪੀਲ ਕਰਨ 'ਤੇ ਗੱਲ ਆ ਗਈ। ਇਸ ਕਰਕੇ ਉਹਨਾਂ ਨੂੰ ਕੋਈ ਸਾਡੀ ਕਿਸੇ ਗੱਲ ਦਾ ਉਹਨਾਂ ਕੋਲ ਜਵਾਬ ਹੈ ਨਹੀਂ। ਝੂਠ ਬੋਲਣ ਦਾ ਉਹਨਾਂ ਨੇ ਪੂਰਾ ਹੀ ਠੇਕਾ ਲਿਆ ਔਰ ਇਹ ਮੇਰੇ ਕਹਿਣ ਵਾਲੀ ਗੱਲ ਨਹੀਂ। ਸਾਰੇ ਸਮਝਦੇ ਆ ਵੀ ਹਰ ਪੈਰ ਤੇ ਲੋਕਾਂ ਨੂੰ ਗੁੰਮਰਾਹ ਕਰਨਾ ਬੀਜੇਪੀ ਦਾ ਇੱਕ ਮੁੱਢਲਾ ਫਾਰਮੂਲਾ ਹੋ ਗਿਆ। ਰਾਜੇਵਾਲ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਕਿ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਜੇ ਪੱਛਮੀ ਬੰਗਾਲ ਦੇ ਵਿੱਚ ਭਾਜਪਾ ਨੂੰ ਤੁਸੀਂ ਸੱਤਾ ਜਾਣ ਤੋਂ ਰੋਕ ਲੈਂਦੇ ਹੋ ਤਾਂ ਕਿਸਾਨ ਅੰਦੋਲਨ ਦਾ ਸੁਨੇਹਾ ਤਕੜਾ ਜਾਊਗਾ ਤੇ ਉਹ 3 ਦਿਨ ਵਾਪਸੀ ਲਈ ਤੁਹਾਨੂੰ ਫਿਰ ਸੱਦਾ ਦੇਣਗੇ ਗੱਲਬਾਤ ਲਈ? ਪਹਿਲਾ ਤਾਂ ਇਹ। ਦੂਸਰਾ, ਪੱਛਮੀ ਬੰਗਾਲ ਨਾਲੋਂ ਹਰਿਆਣਾ ਜ਼ਿਆਦਾ ਨੇੜੇ ਸੀ। ਕੀ ਹਰਿਆਣਾ ਸਰਕਾਰ ਡੇਗਣ ਤੇ ਸੰਯੁਕਤ ਮੋਰਚੇ ਨੇ ਉਨੀ ਕੰਮ ਨਹੀਂ ਕੀਤਾ ਜਿਹਦਾ ਅਸਰ ਕੱਲ੍ਹ ਵੀ ਦਿਖਿਆ? ਨਹੀਂ, ਇਸ ਤਰ੍ਹਾਂ ਨਹੀਂ। ਹਰਿਆਣੇ ਦੇ ਵਿੱਚ ਲੋਕੀ ਜਿਹੜੇ MLAs ਨੇ ਉਹਨਾਂ ਦੇ ਜਾ ਕੇ ਮੈਮੋਰੈਂਡਮ ਦਿੱਤੇ ਹੈ। ਜਿਹੜੇ ਲੀਡਰ ਸੀ ਉਹਨਾਂ ਦੇ ਘਰਾਂ ਦੇ ਅੱਗੇ ਲੰਬੇ ਧਰਨੇ ਦਿੱਤੇ ਹੈ ਤੇ ਜੇ ਉਹਨਾਂ ਨੇ ਨਹੀਂ ਸਾਥ ਦਿੱਤਾ ਤਾਂ ਉਹਦੀ ਸਜ਼ਾ ਲੋਕੀ ਜ਼ਰੂਰ ਦੇਣਗੇ। ਇਹਦੇ 'ਚ ਕੋਈ ਦੋ ਰਾਏ ਨਹੀਂ। ਲੋਕਾਂ ਦੇ ਵਿੱਚ ਗੁੱਸਾ ਵਧਿਆ। ਬਾਕੀ ਜਿੱਥੋਂ ਤੱਕ ਬੰਗਾਲ ਦਾ ਸਵਾਲ ਹੈ, ਸਾਨੂੰ ਲੱਗਦਾ ਵੀ ਕਿਉਂਕਿ ਉੱਥੇ ਸਾਡੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਆਲਰੇਡੀ ਬਹੁਤ ਸਰਗਰਮ ਹੋ ਚੁੱਕੀਆਂ ਔਰ ਉਹਨਾਂ ਨੇ ਆਪ ਇਹ ਪਲਾਨ ਕੀਤਾ ਵੀ ਤੁਸੀਂ ਸਾਨੂੰ 294 ਗੱਡੀਆਂ ਹਰੀ ਝੰਡੀ ਦੇ ਕੇ ਤੋਰੋ। 294 ਦੇ 294 ਹਲਕਿਆਂ 'ਚ ਲਿਟਰੇਚਰ ਅਸੀਂ ਉਹਨਾਂ ਨੂੰ ਭੇਜ ਦਿੱਤਾ ਹੋਇਆ। ਉਹ ਜਾ ਕੇ ਲੋਕਾਂ ਨੂੰ, ਕਿਸਾਨਾਂ ਨੂੰ ਵੰਡਣਗੇ। ਉਹ ਅਸੀਂ ਆਸ ਕਰਦੇ ਹਾਂ ਵੀ ਇਹ ਹੁੰਗਾਰਾ ਜਿਸ ਤਰ੍ਹਾਂ ਦਾ ਮਿਲ ਰਿਹਾ ਵੀ ਬੀਜੇਪੀ ਨੂੰ ਉੱਥੇ ਚੰਗਾ ਝਟਕਾ ਮਿਲੇਗਾ। ਨਿਰਾ ਉੱਥੇ ਨਹੀਂ, ਅਸੀਂ ਤਾਂ ਦੂਸਰੀਆਂ ਸਟੇਟਾਂ 'ਚ ਵੀ ਜਾ ਰਹੇ ਹਾਂ। ਰਾਜੇਵਾਲ ਸਾਹਿਬ, ਕੱਲ ਤੁਸੀਂ ਸੰਯੁਕਤ ਕਿਸਾਨ ਮੋਰਚੇ ਦੀ 9 ਮੈਂਬਰੀ ਕਮੇਟੀ ਬਣਾਈ ਹੈ। ਜਿਹੜੀ 32 ਮੈਂਬਰੀ ਕਮੇਟੀ ਸੀ ਉਸਨੂੰ 9 ਮੈਂਬਰੀ ਕਰ ਦਿੱਤਾ ਹੈ। ਉਹਦੇ ਪਿੱਛੇ ਕੀ ਕਾਰਨ ਰਿਹਾ? ਉਹਨੂੰ ਕਿਸੇ ਨੇ ਮਿਸਕੋਟ ਕੀਤਾ। ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਆਲਰੇਡੀ ਨੈਸ਼ਨਲ ਲੈਵਲ ਦੀ ਬਾਡੀ 'ਚ 7 ਮੈਂਬਰ ਸੀ। ਸਰ ਜੋਗਿੰਦਰ ਸਿੰਘ ਉਗਰਾਹਾਂ ਤੇ ਟਕੈਤ ਸਾਹਿਬ ਦੇ ਭਾਈ ਸਾਹਿਬ, ਉਹ ਯੁੱਧਵੀ ਟਕੈਤ, ਉਹ ਐਡ ਹੌਕ ਤੌਰ 'ਤੇ ਅਸੀਂ ਉਹਨਾਂ ਨੂੰ ਬੁਲਾਇਆ ਕਰਦੇ ਸੀ। ਉਹਨਾਂ ਨੂੰ ਰੈਗੂਲਰ ਕਰਕੇ 9 ਮੈਂਬਰੀ ਬਣੀ ਹੈ। ਕੋਈ ਐਸੀ ਨਹੀਂ ਵੀ ਕੋਈ ਨਵਾਂ ਕੁਝ ਕਰਤਾ। ਸਾਨੂੰ ਜਿਸ ਤਰ੍ਹਾਂ ਜਿਉਂ ਬਾਹਰਲੀਆਂ ਸਟੇਟਾਂ 'ਚੋਂ ਕੱਲ੍ਹ ਨੂੰ ਹੋਰ ਵੀ ਜਿਹੜੇ ਐਕਟਿਵਲੀ ਇੱਥੇ ਆ ਸਕਦੇ ਆ ਮੋਰਚੇ 'ਤੇ ਉਹਨੂੰ ਫਿਰ ਵੀ ਐਡ ਕਰ ਸਕਦੇ ਆ। ਪਰ ਇਹਦਾ ਜਿਸ ਤਰ੍ਹਾਂ ਕੱਲ੍ਹ ਕੋਟ ਕੀਤਾ ਗਿਆ ਕਿਸੇ ਵੱਲੋਂ, ਉਹ ਗਲਤ ਸੀ। ਰਾਜੇਵਾਲ ਸਾਹਿਬ, ਸਵਾਲ ਇਹ ਹੈ ਕਿ ਤੁਸੀਂ ਇੱਕ ਤਾਂ ਇਹ ਹੈ ਕਿ ਤੁਸੀਂ ਜਿੰਨੇ ਕਿਸਾਨ ਆਗੂ ਆ 5 ਰਾਜਾਂ ਦੇ ਵਿੱਚ ਪ੍ਰਚਾਰ ਕਰਨ ਜਾ ਰਹੇ ਨੇ ਬੀਜੇਪੀ ਦੇ ਖਿਲਾਫ, ਕੀ ਤੁਹਾਨੂੰ ਇਹ ਨਹੀਂ ਲੱਗ ਰਿਹਾ ਕਿ ਬੀਜੇਪੀ ਨੂੰ ਹਰਾਉਣ ਵਾਸਤੇ ਉੱਥੇ ਦੀ ਜਿਹੜੀ ਇੱਕ ਵੱਡੀ ਪਾਰਟੀ ਦੀ ਜਿਹੜੀ ਬੀਜੇਪੀ ਦੇ ਖਿਲਾਫ ਲੜਾਈ ਲੜ ਰਹੀ ਹੈ? ਕਿਉਂਕਿ ਆਪਾਂ ਦਾ ਮੇਨ ਮੰਤਵ ਹੈ ਬੀਜੇਪੀ ਨੂੰ ਹਰਾਉਣਾ। ਤੁਸੀਂ ਇਹ ਕਹਿ ਰਹੇ ਹੋ ਵੀ ਅਸੀਂ ਉੱਥੇ ਕਹਾਂਗੇ ਵੀ ਬੀਜੇਪੀ ਨੂੰ ਛੱਡ ਕੇ ਜਿਹਨੂੰ ਮਰਜ਼ੀ ਵੋਟ ਪਾਓ। ਕੀ ਇਹ ਵੀ ਤਾਂ ਚਾਹੀਦਾ ਹੈ ਕਿ ਬੀਜੇਪੀ ਨੂੰ ਹਰਾਉਣ ਵਾਸਤੇ ਜਿਹੜੀ ਉੱਥੇ ਦੀ ਜੇਤੂ ਧਿਰ ਆ ਉੱਥੇ ਉਹਨਾਂ ਦਾ ਮੁਕਾਬਲਾ ਕੀਤਾ ਜਾਂਦਾ? ਨੰਬਰ 1 ਨੰਬਰ 2, ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਲੋਕਾਂ ਨੇ ਜਿਹੜੇ ਰੈਸ ਦੇ ਫੋਨ ਸੀਗੇ ਉਹ ਆਪਣੇ ਕੋਟ ਕਰਾ ਕੇ ਫੋਨ ਲਿੱਤੇ ਨੇ।
ਪਰ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦਾ ਜਿਹੜਾ ਪਾਵਰਕਾਮ ਆ ਉਹਨਾਂ ਨੇ ਇੱਕ ਆਪਣਾ ਸਰਕੂਲਰ ਜਾਰੀ ਕਰਤਾ ਹੈ, ਉਹ ਆਪਣੇ ਮੁਲਾਜ਼ਮਾਂ ਨੂੰ ਦੁਬਾਰਾ ਤੇ ਰਿਲਾਇੰਸ ਦੇ ਜਿਹੜੇ ਫੋਨ ਅਰਜ਼ੀ ਦੇ ਉਹ ਦੇਣ ਜਾ ਰਹੇ ਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਇਹ ਡਿਪਾਰਟਮੈਂਟ ਆ, ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਇੱਕ ਤਾਂ ਕੈਪਟਨ ਸਾਹਿਬ ਨੇ ਕੀ ਕੀਤੇ ਸੌਦੇ, ਅਸੀਂ ਤਾਂ ਉਹ ਤੋਂ ਪਹਿਲਾਂ ਤੋਂ ਹੀ ਸੰਤੁਸ਼ਟ ਨਹੀਂ। ਜਦੋਂ ਐਕਟ ਬਣ ਕੇ ਆਏ ਹੈ, ਉਹਨਾਂ ਨੇ ਉਹਨਾਂ 'ਚ ਅਮੈਂਡਮੈਂਟ ਕੀਤੀ, ਉਹਨਾਂ ਨੂੰ ਰਿਜੈਕਟ ਉਦੋਂ ਨਹੀਂ ਕੀਤਾ। ਅਸੀਂ ਉਦੋਂ ਵੀ ਕਿਹਾ ਸੀ ਵੀ ਇਹ ਤੁਹਾਡੀ ਨੀਅਤ ਤੇ ਸਾਨੂੰ ਸ਼ੱਕ ਹੈ। ਇਸੇ ਤਰ੍ਹਾਂ ਜਿਹੜੇ ਇਹਦੇ ਜੀਓ ਦੇ ਹੈਗੇ ਨੇ, ਉਹਨਾਂ ਨੇ ਕੋਈ ਸਮਝੌਤਾ ਕੀਤਾ ਹੈ ਤੇ ਕਿਸਾਨਾਂ ਨੂੰ ਉਹ ਤੋਂ ਕੋਈ ਬਹੁਤੀ ਆਸ ਨਹੀਂ। ਸਾਡੇ ਵਾਸਤੇ ਤਾਂ ਇਹ ਸਭ ਇੱਕੋ ਜਿਹੇ ਨੇ। ਤੋ ਅਗਲੀ ਗੱਲ, ਦੂਜਾ ਤੁਹਾਡਾ ਸਵਾਲ ਸੀ ਪੱਛਮੀ ਬੰਗਾਲ 'ਚ ਕਿ ਪੋਲਿਟਿਕਸ ਇੱਕ ਪਾਰਟੀ ਨੂੰ ਸਪੋਰਟ ਉੱਥੇ ਦੋ ਪਾਰਟੀਆਂ ਨੇ, ਲੈਫਟਿਸਟ ਵੀ ਨੇ, ਉੱਥੇ ਮਮਤਾ ਵੀ ਹੈ, ਉੱਥੇ ਬੀਜੇਪੀ ਹੈ। ਅਸੀਂ ਕਿਸੇ ਇੱਕ ਨਾਲ ਵੱਜੇ ਨਹੀਂ, ਅਸੀਂ ਕੋਈ ਖੁਦ ਪੋਲੀਟੀਕਲ ਗਰੁੱਪ ਨਹੀਂ। ਇਸ ਕਰਕੇ ਅਸੀਂ ਤਾਂ ਉੱਥੇ ਜਾ ਕੇ ਆਪਣਾ ਜੋ ਫੈਸਲਾ ਜਥੇਬੰਦੀਆਂ ਦਾ ਉਹਦੇ ਮੁਤਾਬਕ ਇਹੀ ਕਹਾਂਗੇ ਵੀ ਜਿਹਨੂੰ ਮਰਜ਼ੀ ਵੋਟ ਪਾ ਦਿਓ, ਪਰ ਬੀਜੇਪੀ ਨੂੰ ਨਾ ਵੋਟ ਪਾਓ। ਸਾਡਾ ਵਿਰੋਧ ਬੀਜੇਪੀ ਨਾਲ। ਰਾਜੇਵਾਲ ਜੀ, ਜਿਸ ਤਰ੍ਹਾਂ ਦੀ ਸਥਿਤੀ ਬਣੀ ਵੀ ਹੈ ਇਸ ਵੇਲੇ, ਆਪਾਂ ਨੂੰ ਪਤਾ ਕਿ ਕੇਂਦਰ ਸਰਕਾਰ ਬਾਰ-ਬਾਰ ਇਹ ਕਹਿ ਰਹੀ ਹੈ ਕਿ ਤਿੰਨੇ ਖੇਤੀ ਕਾਨੂੰਨਾਂ 'ਚ ਸੋਧ ਕਰਵਾ ਲਓ, ਰੱਦ ਨਹੀਂ ਹੋਣਗੇ। ਬਹੁਤ ਲੰਬੇ ਸਮੇਂ ਤੋਂ ਸਾਰੇ ਹਿੰਦੁਸਤਾਨ ਦੇ ਲੋਕਾਂ ਦੇ ਮਨਾਂ 'ਚ ਇਹ ਸਵਾਲ ਹੈਗਾ ਕਿ ਕੀ ਕੋਈ ਗੱਲਬਾਤ ਦੇ ਅਸਾਰ ਹੈਗੇ ਇਸ ਵੇਲੇ ਜਾਂ ਲੰਬੇ ਸਮੇਂ ਦੀ ਗੱਲਬਾਤ ਡੈਡਲੌਕ ਹੈ? ਦੇਖੋ, ਫਿਰ ਉੱਥੇ ਮੈਂ ਉਹੀ ਅਰਜ਼ ਕਰਾਂ, ਕਹਿਣ ਨੂੰ ਤਾਂ ਬੀਜੇਪੀ ਪ੍ਰਧਾਨ ਮੰਤਰੀ ਨੇ ਕਹਿਤਾ ਵੀ ਇੱਕ ਕਾਲ ਦੀ ਦੂਰੀ ਤੇ ਆ ਗੱਲਬਾਤ ਲਈ। ਸਾਨੂੰ ਉਹ ਨੰਬਰ ਨਹੀਂ ਲੱਭਦਾ ਕਿਹੜੇ ਨੰਬਰ ਤੇ ਕਿਸਾਨ ਟੈਲੀਫੋਨ ਕਰਨ। ਤੋ ਜੇ ਕਿਤੇ ਮਿਲ ਜੇ ਤਾਂ ਅਸੀਂ ਉਹ ਟੈਲੀਫੋਨ ਦੀ ਘੰਟੀ ਵੱਜਣੋਂ ਨਹੀਂ ਹਟਣੀ। ਦੂਸਰੀ ਗੱਲ, ਸਰਕਾਰ ਸਮਝਦੀ ਹੈ ਵੀ ਉਹਨੇ ਇਹ ਕਾਨੂੰਨ ਗਲਤ ਬਣਾ ਲਏ, ਉਹਨਾਂ ਨੂੰ ਇਹਦੇ ਵਿੱਚ ਆਪਣੀ ਬੇਇੱਜ਼ਤੀ ਮਹਿਸੂਸ ਹੁੰਦੀ ਹੈ, ਇਸ ਕਰਕੇ ਰਾਜ ਹੱਟ 'ਚ ਫਸੇ ਹੋਏ ਬੈਠੇ ਹੈ। ਅਸੀਂ ਆਪਣਾ ਕੇਸ ਠੀਕ ਸਾਬਤ ਕਰ ਚੁੱਕੇ ਹਾਂ ਔਰ ਅਸੀਂ ਉਦੋਂ ਤੱਕ ਨਹੀਂ ਉੱਠਾਂਗੇ ਜਦੋਂ ਤੱਕ ਉਹ ਕਾਨੂੰਨ ਵਾਪਸ ਨਹੀਂ। ਰਾਜੇਵਾਲ ਸਾਹਿਬ, ਤੁਸੀਂ ਕਲਕੱਤੇ ਜਾ ਰਹੇ ਹੈਗੇ, ਕਾਦੀਆਂ ਜੀ ਵੀ ਨਾਲ ਜਾ ਰਹੇ ਨੇ, ਹੋਰ ਤੁਹਾਡੇ ਜਿਹੜੇ ਕਿਸਾਨ ਆਗੂ ਨੇ ਉਹ ਮਾਂ ਪੰਚਾਇਤਾਂ ਦੇ ਵਿੱਚ ਆ ਰਹੇ ਨੇ। ਜੇਕਰ ਗੱਲ ਕਰੀਏ ਪਿੱਛੇ ਦੀ, ਸਿੰਘੂ ਬਾਰਡਰ ਦੀ, ਟਿਕਰੀ ਬਾਰਡਰ ਦੀ, ਤਾਂ ਕਿਸੇ ਦੇ ਪਿੱਛੇ ਜ਼ਿੰਮੇਵਾਰੀ ਵੀ ਲਾ ਕੇ ਜਾ ਰਹੇ ਹੋ ਕਿ ਜੇਕਰ ਕੁਝ ਹੁੰਦਾ ਤਾਂ ਉਹ ਲੋਕ ਜਿਹੜੇ ਹੈਗੇ ਨੇ ਉਹ ਦੇਖਣਗੇ, ਕਿਉਂਕਿ ਕਾਦੀ ਉਹਨਾਂ ਦੇ ਵੀ ਜਿਸ ਤਰੀਕੇ ਨਾਲ ਵਰਕਰਾਂ ਦੇ ਉੱਤੇ ਗੋਲੀਆਂ ਚੱਲੀਆਂ, ਹਮਲਾ ਹੋਇਆ ਸੀ, ਤਾਂ ਪਿੱਛੋਂ ਕੌਣ ਇਸ ਮੋਰਚੇ ਨੂੰ ਦੇਖੂਗਾ? ਕੌਣ ਕਿਹਦੀ ਜ਼ਿੰਮੇਵਾਰੀ ਲਾ ਕੇ ਜਾ ਰਹੇ ਹੋ? ਡਾਕਟਰ ਦਰਸ਼ਨਪਾਲ ਹੋਣੀ 5-6 ਲੀਡਰਸ ਇੱਥੇ ਛੱਡੇ, ਇੱਦਾਂ ਨਹੀਂ ਅਸੀਂ ਸੁਣਨਾ ਨਹੀਂ ਸਾਰਾ ਕਿਸੇ ਮੋਰਚੇ ਨੂੰ ਛੱਡਿਆ। ਉਹਨਾਂ ਦਾ ਵੀ 13 ਤਰੀਕ ਦਾ ਪ੍ਰੋਗਰਾਮ ਆਇਆ ਹੋਇਆ ਹਨੂਮਾਨਗੜ੍ਹ ਦਾ। ਫਿਰ ਉਦੋਂ ਤੇ ਵਾਪਸ ਆ ਜਾਣਾ। ਇੱਕ ਟੀਮ ਜਿਹੜੀ ਪਹਿਲੀ ਗਈ ਹੋਈ ਹੈ ਬੰਗਾਲ 'ਚ, ਉਹਨੇ ਵਾਪਸ ਆ ਜਾਣਾ। ਇਨ ਦਾ ਮੀਨ ਟਾਈਮ ਇੱਕ ਟੀਮ ਆਸਾਮ ਗਈ ਹੋਈ ਹੈ, ਉਹਨੇ ਵਾਪਸ ਆ ਜਾਣਾ। ਇਹ ਰੋਟੇਸ਼ਨ ਹੈ, ਅਸੀਂ ਕੋਈ ਮੋਰਚਾ ਸੁਣਨਾ ਛੱਡਣ ਵਾਲੇ ਨਹੀਂ। ਇੱਕ ਪਾਸੇ ਤੁਸੀਂ ਸੰਯੁਕਤ ਮੋਰਚਾ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਵੀ ਕਿਸੇ ਵੀ ਸਿਆਸੀ ਪਾਰਟੀ ਨਾਲ ਸਾਂਝ ਨਹੀਂ ਕਰਨੀ ਹੈ, ਪਲੇਟ ਆਪਣੇ ਖੜੇ ਤੇ ਨੂੰ ਨਹੀਂ ਲਿਆਉਣੀ। ਦੂਸਰੇ ਪਾਸੇ ਸਰਕਾਰ ਵੀ ਐਲੀਗੇਸ਼ਨ ਲਾ ਰਹੀ ਹੈ, ਰਵਨੀਤ ਬਿੱਟੂ ਵੀ ਐਲੀਗੇਸ਼ਨ ਲਾ ਰਿਹਾ। ਜੋਗਿੰਦਰ ਯਾਦਵ ਜਿਹੜਾ ਸਵਰਾਜ ਪਾਰਟੀ ਨੂੰ ਚਲਾਉਂਦਾ, ਸਿਆਸੀ ਪਾਰਟੀ ਨੂੰ ਚਲਾਉਂਦਾ, ਪਹਿਲਾਂ ਸਰਕਾਰ ਨੇ ਕਿਹਾ ਮੀਟਿੰਗ 'ਚ ਨਾ ਲਿਆਓ, ਤੁਸੀਂ ਮੰਨ ਗਏ, ਹੁਣ ਉਹ ਤਕਰੀਬਨ ਲੀਡ ਕਰਦੇ ਦਿਖਦੇ ਨੇ ਪ੍ਰੈਸ ਕਾਨਫਰੰਸ ਨੂੰ। ਕੀ ਮਜਬੂਰੀ ਹੈ ਕਿਸਾਨ ਜਥੇਬੰਦੀਆਂ ਦੀ ਕਿ ਸਰਕਾਰ ਜਦੋਂ ਐਲੀਗੇਸ਼ਨ ਲਾ ਰਹੀ ਉਹ ਸਿਆਸੀ ਲੀਡਰ ਨੂੰ ਕਿਉਂ ਨਾ ਲਿਆ ਜਾਏ? ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਕਿ ਉਹ ਲੀਡ ਕਰ ਰਹੇ ਨੇ। ਉਹ ਕੋਈ ਵੀ ਫੈਸਲਾ ਉਹਨਾਂ ਨੂੰ ਇਕੱਲਿਆਂ ਨੂੰ ਕੋਈ ਕਰਨ ਦਾ ਅਧਿਕਾਰ ਨਹੀਂ। ਬਕਾਇਦਾ 6-6 ਘੰਟੇ ਮੀਟਿੰਗਾਂ ਚੱਲਦੀਆਂ, ਉਹ ਤੋਂ ਬਾਅਦ ਜੋ ਫੈਸਲਾ ਹੁੰਦਾ ਨਹੀਂ, ਕਈ ਵਾਰੀ ਹੋ ਜਾਂਦਾ ਹੈ ਜੇ ਕੋਈ ਲੀਡਰ ਗੈਰ ਹਾਜ਼ਰ ਹੋਣ, ਉਹ ਐਡਰੈਸ ਕਰਦੇ ਆ। ਆਮ ਤੌਰ 'ਤੇ ਸਾਡਾ ਤਰੀਕਾ ਇਹ ਹੈ ਵੀ ਜਿਹੜੀ ਮੀਟਿੰਗ ਹੁੰਦੀ ਹੈ, ਜਿਹੜਾ ਉਸ ਦਿਨ ਦਾ ਪ੍ਰਧਾਨ ਹੁੰਦਾ ਹੈ ਉਹ ਮੇਨਲੀ ਐਡਰੈਸ ਕਰਦਾ, ਉਹਦੇ ਨਾਲ 2-4 ਹੋਰ ਬੈਠ ਜਾਂਦੇ ਨੇ, ਉਹੀ ਰੋਜ਼ ਪ੍ਰੈਸ ਨੂੰ ਐਡਰੈਸ ਕਰਦੇ ਨੇ। ਮੇਰਾ ਸਵਾਲ ਹੈ ਕਿ ਉਹ ਸਿਆਸੀ ਪਾਰਟੀ ਦਾ ਲੀਡਰ ਹੈ? ਨਹੀਂ, ਉਹ ਇੱਕ ਕਿਸਾਨ ਜਥੇਬੰਦੀ। ਐਗਜ਼ੈਕਟਲੀ ਮੈਂ ਇਹੀ ਕਹਿਣ ਲੱਗਾ ਸੀਗਾ, ਸੌਰੀ ਤੁਹਾਡੇ ਨਾਲ ਪਰਮਿਸ਼ਨ ਲੈ ਕੇ। ਉਹ ਸਵਰਾਜ ਇੰਡੀਆ ਦਾ ਤੇ ਹੈਗੇ ਹੀ ਹੈ, ਪ੍ਰਧਾਨ ਹੈਗੇ ਆ ਉਹ, ਜਿਹੜਾ ਜੈ ਕਿਸਾਨ ਅੰਦੋਲਨ ਹੈਗੇ ਆ ਉਹਦੇ ਵਿੱਚ ਵੀ ਉਹ ਐਕਟਿਵਲੀ ਹੈਗੇ ਆ, ਤੇ ਜਦੋਂ ਇੱਥੇ ਪਾਰਟਿਸਿਪੇਟ ਕਰਦੇ ਆ ਉਹ ਜੈ ਕਿਸਾਨ ਅੰਦੋਲਨ ਵੱਲੋਂ ਕਰਦੇ। ਅੱਜ ਤਾਂ ਪ੍ਰੋਫੈਸਰ ਸਾਹਿਬ ਹੋਰ ਵੀ ਕਈ ਪਾਰਟੀਆਂ ਦੇ ਹੈਗੇ ਨੇ ਇਸ ਤਰ੍ਹਾਂ ਦੇ। ਕਹਿਣ ਦਾ ਮਤਲਬ ਤਾਂ ਹੈ ਵੀ ਜਦ ਸਿਆਸੀ ਉਹ ਜੁੜ ਗਏ ਨੇ ਤਾਂ ਆਖਰ ਉਹਨਾਂ ਦੀ ਸ਼ਮੂਲੀਅਤ ਤੇ ਵਾਰੀ-ਵਾਰੀ ਸਵਾਲ ਉੱਠਦੇ ਨੇ। ਉਹ ਫਿਰ ਸਾਰਿਆਂ ਦੀ ਦੇਖੋ ਹੈਗੇ ਨੇ ਸਭ ਦੇ, ਪਰ ਕੁਝ ਲੋਕ ਐਕਟਿਵਲੀ ਕੰਮ ਕਰ ਰਹੇ ਨੇ, ਕੁਝ ਦਿਖਾਵੇ ਵਾਸਤੇ। ਰਵਨੀਤ ਬਿੱਟੂ ਕਿਉਂ ਲਗਾਤਾਰ ਕਿਸਾਨ ਅੰਦੋਲਨ ਤੇ ਬੋਲਦੇ ਨੇ? ਉਹ ਵਿਚਾਰਾ ਕੋਈ ਲੱਭਦਾ ਹੋਣਾ ਆਪਣੀ ਜ਼ਮੀਨ, ਹੋਰ ਉਹਦਾ ਕਸੂਰ ਨਹੀਂ। ਉਹ ਜ਼ਮੀਨ ਲੱਭਦੇ ਫਿਰਦੇ, ਆਪਣੀ ਜ਼ਮੀਨ ਲੱਭਦੇ ਫਿਰਦੇ। ਰਾਜੇਵਾਲ ਸਾਹਿਬ, ਇੱਕ ਮੇਰਾ ਵੀ ਸਵਾਲ। ਹਾਂਜੀ, ਹੁਕਮ ਜੀ। ਗੱਲ ਇਹ ਹੈ ਕਿ ਤੁਹਾਨੂੰ ਐਕਟਿਵ ਜਿਹੜਾ ਅੰਦੋਲਨ ਹੈ ਉਹਦੇ ਵਾਸਤੇ 4 ਮਹੀਨੇ ਹੋ ਚੁੱਕੇ ਨੇ। ਅਗਲੇ 6 ਮਹੀਨੇ ਹੋਰ ਅੰਦੋਲਨ ਚੱਲ ਵੀ ਸਕਦਾ ਜਿੱਦਾਂ ਤੁਸੀਂ ਕਿਹਾ।
ਪੰਜਾਬ ਦੀ ਇਲੈਕਸ਼ਨ ਵਾਸਤੇ ਕੀ ਕਿਸਾਨ ਸੰਘਰਸ਼ ਮੋਰਚੇ ਨੇ ਜਾਂ ਸੰਯੁਕਤ ਮੋਰਚੇ ਨੇ ਕੋਈ ਪਲਾਨ ਬਣਾਇਆ ਆਪਣੀ ਵੱਖਰੀ ਪੋਲੀਟੀਕਲ ਪਾਰਟੀ ਖੜੀ ਕਰਨ ਦਾ? ਨਹੀਂ, ਇਹ ਸਵਾਲ ਹੀ ਮੈਂ ਐਗਰੀ ਨਹੀਂ ਕਰਦਾ। ਜਿਹੜਾ ਦਿਮਾਗ 'ਚ ਹੀ ਨਹੀਂ ਕਿਸੇ ਦੇ ਆਇਆ। ਅਸੀਂ ਸਿਰਫ ਅੰਦੋਲਨ ਤੱਕ ਸੀਮਤ ਹਾਂ। ਅੰਦੋਲਨ ਤੋਂ ਬਾਹਰ ਅਸੀਂ ਬਿਲਕੁਲ ਨਹੀਂ, ਸਾਰੀ ਟੋਟਲ ਕੰਸੈਂਟਰੇਸ਼ਨ ਅੰਦੋਲਨ ਤੇ ਹੈ। ਬਾਹਰ ਦੀਆਂ ਕਿਆਸ ਰਾਈਆਂ ਨੇ, ਇੱਦਾਂ ਦੀ ਕੋਈ ਗੱਲ ਨਹੀਂ। ਕੁਝ ਕਿਸਾਨਾਂ ਰਾਜੇਵਾਲ ਸਾਹਿਬ ਪੱਕੇ ਘਰ ਬਣਾਉਣਾ ਸ਼ੁਰੂ ਕਰਤੇ ਉੱਥੇ। ਹਾਂ, ਹੁਣ ਇੱਦਾਂ ਤਾਂ ਦੇਖੋ ਜੀ, ਉੱਥੇ ਰਹਿਣਾ ਜਦੋਂ ਸੱਚ ਪੁੱਛੋ, ਮੈਂ ਹਾਲੇ ਤਾਈਂ ਘਰ ਨਹੀਂ ਗਿਆ। ਜਦੋਂ ਦਾ ਅੰਦੋਲਨ ਸ਼ੁਰੂ ਹੋਇਆ, ਮੇਰਾ ਪੋਤਾ ਇੱਥੇ ਖੜਾ ਪਿੱਛੇ, ਉਹ ਮੈਨੂੰ ਹਰ ਵਾਰੀ ਇੱਥੋਂ ਆਉਂਦਾ ਹੁੰਦਾ ਵੀ ਬਾਪੂ ਜੀ ਘਰ ਚੱਲੋ। ਤੇ ਮੈਂ ਕਿਹਾ ਵੀ ਮੈਂ ਤਾਂ ਹੁਣ ਅਖੀਰ 'ਚ ਆਊਂਗਾ। ਉੱਥੇ ਮੋਹ ਜਿਹਾ ਹੋ ਗਿਆ, ਉਹ ਸਾਡੇ ਪਿੰਡ ਬਣ ਗਏ। ਉਹ ਉੱਥੇ ਲੋਕਾਂ ਨੇ ਏਸੀ ਤੱਕ ਲਾ ਲਏ, ਟਰਾਲੀਆਂ ਦੇ ਵਿੱਚ ਪੱਖੇ ਲਾ ਲਏ, ਏਸੀ ਲਾ ਲਏ, ਛੰਨਾਂ ਪੈ ਰਹੀਆਂ। ਤੁਸੀਂ ਜਾ ਕੇ ਦੇਖੋ ਹੁਣ ਕਿਵੇਂ ਸਿਆਲ ਤੋਂ ਬਾਅਦ ਗਰਮੀਆਂ ਵਾਲੀਆਂ ਤਬਦੀਲੀਆਂ ਕਿਵੇਂ ਹੋ ਰਹੀਆਂ ਲੋਕਾਂ ਦੀਆਂ ਉੱਥੇ ਰਹਿਣ ਨੂੰ। ਔਰ ਜਿਹੜੇ ਉੱਥੇ ਮੇਰੇ ਵਰਗੇ ਹਜ਼ਾਰਾਂ ਲੋਕ ਐਸੇ ਬੈਠੇ ਨੇ ਜਿਹੜੇ ਪੱਕੇ ਹੀ ਬੈਠੇ ਨੇ, ਸ਼ੁਰੂ ਤੋਂ ਗਏ ਹੋਏ, ਵਾਪਸ ਉਹ ਵੀ ਆਉਣ ਨੂੰ ਤਿਆਰ ਨਹੀਂ, ਉੱਥੇ ਹੀ ਬੈਠੇ ਨੇ ਸਾਰੇ। ਉਹ ਕਹਿੰਦੇ ਜਿੱਤ ਕੇ ਜਾਣਾ, ਨਹੀਂ ਮੁੜ ਕੇ ਨਹੀਂ ਜਾਣਾ। ਰਾਜੇਵਾਲ ਸਾਹਿਬ, ਜਿਵੇਂ ਉਧਰੋਂ ਸਵਾਲ ਆਇਆ, ਉਸੇ ਤਰ੍ਹਾਂ ਦਾ ਸਵਾਲ ਇਹ ਆਉਂਦਾ ਕਿ ਜੇ ਸੰਯੁਕਤ ਮੋਰਚੇ ਚੋਂ ਰਾਜਨੀਤਿਕ ਪਾਰਟੀ ਨਹੀਂ ਤਾਂ ਚਿਹਰੇ ਜ਼ਰੂਰ ਉੱਭਰ ਰਹੇ ਨੇ। ਕੀ ਚਿਹਰੇ ਕੱਲ੍ਹ ਨੂੰ ਵੱਖ-ਵੱਖ ਪਾਰਟੀਆਂ ਦੇ ਨਾਲ ਸੰਪਰਕ 'ਚ ਵੀ ਨੇ? ਇਹ ਵੀ ਚਰਚਾ ਹੁੰਦੀ ਹੈ, ਕਿਸੇ ਨੂੰ ਰਾਜ ਸਭਾ ਦੀ ਆਫਰ ਹੋ ਰਹੀ ਹੈ, ਕਿਸੇ ਨੂੰ ਮੁੱਖ ਮੰਤਰੀ ਦੇ। ਕੀ ਅਜਿਹਾ ਵੀ ਕੋਈ? ਸਭ ਹਵਾ 'ਚ ਗੱਲਾਂ ਨੇ। ਨਾ ਕਿਸੇ ਨੂੰ ਉੱਥੇ ਸਿਰ ਖੁਰਕਣ ਦਾ ਵੇਲ ਨਹੀਂ ਯਾਰ। ਕਿਸੇ ਨੂੰ ਕਿਹੜੇ ਰਾਜਨੀਤਿਕ ਪਾਰਟੀ ਨਾਲ ਉੱਥੇ ਕਰਨਾ ਸੀ ਕੰਟੈਕਟ। ਇੱਕ ਮੈਂ ਤੁਹਾਡਾ ਆਨਸਰ ਦੇਣਾ ਚਾਹੁੰਦਾ ਇਹ ਚੀਜ਼ ਦਾ ਵੀ ਆਪਾਂ ਸਾਰੇ, ਤੁਸੀਂ ਪੋਲੀਟੀਕਲ ਪਾਰਟੀਆਂ ਨਾਲ ਵੀ ਕਰਦੇ ਹੋ, ਪ੍ਰੈਸ਼ਰ ਗਰੁੱਪ ਨਾਲ ਵੀ ਕਰਦੇ ਹੋ। ਜਦੋਂ ਅਸੀਂ ਉੱਭਰ ਕੇ ਆਉਂਦੇ ਹਾਂ ਪ੍ਰੈਸ਼ਰ ਗਰੁੱਪ, ਉਦੋਂ ਤੁਸੀਂ ਪੋਲੀਟੀਕਲ ਪਾਰਟੀ ਦੀ ਗੱਲ ਕਿਉਂ ਕਰਦੇ ਹੋ? ਤੁਸੀਂ ਐ ਕਿਉਂ ਨਹੀਂ ਕਹਿੰਦੇ ਵੀ ਪ੍ਰੈਸ਼ਰ ਗਰੁੱਪ ਤਕੜਾ ਹੋ ਜੇ, ਪ੍ਰੈਸ਼ਰ ਗਰੁੱਪ ਹੀ ਇਹੋ ਜਿਹਾ ਤਕੜਾ ਹੋ ਜੇ ਵੀ ਪੋਲੀਟੀਕਲ ਪਾਰਟੀਆਂ ਨੂੰ ਝੁਕਣਾ ਪਵੇ ਉਹਦੇ ਉੱਤੇ। ਤੇ ਇਸ ਵਾਰ ਜੇ ਅੰਦੋਲਨ ਵੱਡਾ ਹੋ ਰਿਹਾ, ਫਿਰ ਉਹੀ ਪੁਰਾਣੀਆਂ ਰਾਜਨੀਤੀ ਪਾਰਟੀਆਂ ਵੀ ਪ੍ਰੈਸ਼ਰ ਗਰੁੱਪ ਵਾਲੇ ਰਾਜਨੀਤੀ ਦੇ ਥੱਲੇ ਲੱਗਣਗੇ। ਅਸੀਂ ਐਤਕੀ ਰਾਜਨੀਤੀ ਦੇ ਥੱਲੇ ਲੱਗਣਾ, ਰਾਜਨੀਤੀ ਸਾਡੇ ਥੱਲੇ ਲੱਗੂਗੀ। ਪ੍ਰੈਸ਼ਰ ਗਰੁੱਪ ਨੂੰ ਰਹਿਣ ਦਿਓ। ਸਾਨੂੰ ਹਾਲੇ ਜਿਹੜੇ 3 ਕਾਨੂੰਨ ਨੇ ਸਾਡੇ ਵਾਸਤੇ, ਉਹ ਬਹੁਤ ਵੱਡੇ ਨੇ। ਜਿੰਨਾ ਕੁ ਸਹਿਯੋਗ ਸਾਨੂੰ ਲੋਕਾਂ ਦਾ ਮਿਲਿਆ, ਕਿਸਾਨਾਂ ਦਾ ਮਿਲਿਆ, ਸਾਡੇ ਵਾਸਤੇ ਬਹੁਤ ਅਹਿਮ ਆ ਉਹ ਲੜਾਈ ਜਿੱਤਣੀ। ਜੇ ਉਹ ਏਮ ਤੋਂ ਅਸੀਂ ਪਰੇ ਹਟਦੇ ਆ ਜਾਂ ਕੁਝ ਹੋਰ ਸੋਚਦੇ ਆ, ਫਿਰ ਡੀਰੇਲ ਹੋ ਜਾਵਾਂਗੇ। ਰਾਜੇਵਾਲ ਸਾਹਿਬ, ਇੱਕ ਸੈਕਿੰਡ ਮੈਂ ਤੁਹਾਡਾ ਸਵਾਲ ਲੈਂਦਾ। ਭਾਰਤਵਾਜ ਜੀ, ਆਪਾਂ ਸਾਰੇ ਸਮਝੀਏ ਕਿ ਅਸੀਂ ਅਜੇ ਵੀ ਬਹੁਤ ਪੁਰਾਣੇ ਮੋਡ ਵਿੱਚ ਸੋਚ ਰਹੇ ਹਾਂ। ਚੋਣਾਂ ਆਈਆਂ, ਚੋਣਾਂ ਗਈਆਂ। ਇਹ ਦੇਸ਼ ਨੂੰ ਇਕੱਠਾ ਕਿਵੇਂ ਰੱਖਣਾ, ਦੇਸ਼ ਨੂੰ ਬਚਾਉਣਾ, ਸੰਵਿਧਾਨ ਕਿਵੇਂ ਬਚਾਉਣਾ, ਦੇਸ਼ ਦੀ ਵਿੱਚ ਲੋਕਤੰਤਰ ਨੂੰ ਕਿਵੇਂ ਬਚਾਉਣਾ, ਆਮ ਬੰਦੇ ਨੂੰ, ਸ਼ਹਿਰੀ ਨੂੰ ਸੜਕ ਤੇ ਸੇਫ ਚੱਲਦਾ ਕਿਵੇਂ ਬਚਾਉਣਾ, ਇਹ ਲੜਾਈ ਹੈ। ਤੁਸੀਂ ਹੁਣ ਅਸੈਂਬਲੀਆਂ 'ਚ ਕੌਣ ਗਿਆ, ਚੀਫ ਮਿਨਿਸਟਰ ਕੌਣ ਬਣਿਆ, ਕਿਹੜਾ ਫਾਈਨੈਂਸ ਮਿਨਿਸਟਰ ਬਣਿਆ, ਉਹਦੇ ਤੋਂ ਅਲੱਗ ਹੋ ਕੇ ਸੋਚਣ ਦੀ ਕੋਸ਼ਿਸ਼ ਕਰੋ। ਮੈਂ ਸਾਡੀ ਹੱਥ ਜੋੜ ਕੇ ਬੇਨਤੀ ਹੈ। ਸਵਾਲ ਲੈ ਲਓ ਇੱਕ ਮਿੰਟ। ਸਰਕਾਰ ਵੀ ਇਹ ਐਲੀਗੇਸ਼ਨ ਲਾ ਰਹੀ ਹੈ ਵੀ ਖੇਤੀ ਕਾਨੂੰਨ ਭੁੱਲ ਗਏ ਨੇ, ਹੁਣ ਮੋਦੀ ਸਰਕਾਰ ਨੂੰ ਭਜਾਉਣ ਲਈ ਕਰ ਰਹੇ ਨੇ। ਨਹੀਂ, ਇਸ ਤਰ੍ਹਾਂ ਨਹੀਂ ਹੈ, ਇਸ ਤਰ੍ਹਾਂ ਨਹੀਂ ਹੈ। ਕੱਲਾ ਖੇਤੀ ਦੇ ਕਾਨੂੰਨ ਨਹੀਂ ਹੈਗੇ। ਨਾਲ ਜਿਹੜੇ 15 ਤਰੀਕ ਨੂੰ ਇਹਨਾਂ ਨੇ ਕਿਹਾ, ਉਹ ਮਜ਼ਦੂਰਾਂ ਦੇ ਨਾਲ ਟ੍ਰੇਡ ਯੂਨੀਅਨ ਦਾ ਪਬਲਿਕ ਸੈਕਟਰ ਦੇ ਵਿੱਚ ਸਾਰਾ ਬੰਦ ਕਰਕੇ ਬਹੁਤ ਵੱਡੀ ਗੱਲ ਹੈਗੀ। ਜਿਹੜੀਆਂ ਵੱਡੀਆਂ EMPLOYEES ਦੀਆਂ ਫੈਡਰੇਸ਼ਨਸ ਨੇ, ਜਿਹੜੀਆਂ ਟ੍ਰੇਡਰ ਦੀਆਂ ਫੈਡਰੇਸ਼ਨਸ ਨੇ, ਉਹਨਾਂ ਨਾਲ ਅਸੀਂ ਦਿੱਲੀ ਮੀਟਿੰਗ ਕੀਤੀ ਹੈ। ਔਰ ਮੈਂ ਰਿਐਲਿਟੀ ਦੱਸਾਂ ਵੀ ਮੈਨੂੰ ਉੱਥੋਂ ਜਾ ਕੇ ਜਦੋਂ ਉਹਨਾਂ ਨੇ ਕੁਝ ਡਾਕੂਮੈਂਟ ਦਿਖਾਏ, ਆਪ ਨੂੰ ਬੜਾ ਕੁਝ ਸਿੱਖਣ ਨੂੰ ਮਿਲਿਆ। ਤੇ ਉਹ ਦੇਖ ਕੇ ਵਾਕਈ ਇਹ ਲੱਗਿਆ ਵੀ ਸਾਰੇ ਦੇਸ਼ ਨੂੰ ਬਾਹਰ ਨਿਕਲਣਾ ਪਏਗਾ ਤਾਂ ਦੇਸ਼ ਬਚ ਸਕੇਗਾ। ਜਿੱਧਰ ਨੂੰ ਮੋਦੀ ਸਰਕਾਰ ਚੱਲ ਪਈ, ਕੋਈ ਸੈਕਟਰ ਨਹੀਂ ਉਹਨਾਂ ਨੇ ਛੱਡਣਾ। ਕੁਝ ਕਾਰਪੋਰੇਟ ਦੇ ਹੱਥੋਂ ਸਾਰਾ ਕੁਝ ਚਲਾ ਜਾਏਗਾ, ਦੁਬਾਰਾ ਗੁਲਾਮੀ ਵੱਲ ਵੱਜ ਜਾਵਾਂਗੇ। ਤੋ ਇਹ ਲੜਾਈ ਵੱਡੀ ਲੜਾਈ ਹੈ ਜਿਹੜੀ ਸਾਡੇ ਸਾਰਿਆਂ ਲਈ। ਰਾਜੇਵਾਲ ਜੀ, ਤੁਸੀਂ ਵੱਡੀ ਲੜਾਈ ਦੀ ਗੱਲ ਕਰਦੇ ਹਾਂ। ਪੋਲੀਟੀਕਲ ਤੌਰ ਤੇ ਸਵਾਲ, ਕਿਉਂਕਿ ਪਾਰਲੀਮੈਂਟ ਕਦੇ ਅਸੈਂਬਲੀਆਂ ਲੰਘ ਕੇ ਉੱਥੇ ਇਦਾਂ ਦੀ ਬਕਵਾਸਬਾਜ਼ੀ ਜਿਹੜੀ ਹੈਗੀ ਹੈ ਕਰਦੇ ਆ ਪੋਲੀਟੀਕਲ ਲੋਕ ਜਿਹੜੇ ਹੈਗੇ। ਸਿੱਧੇ ਤੌਰ ਤੇ ਮੈਂ ਸਵਾਲ ਪੁੱਛਣਾ ਚਾਹੁੰਦਾ, ਜਿਹੜੀ ਐਡੀ ਲੰਬੀ ਲੜਾਈ ਚੱਲ ਰਹੀ ਹੈ, ਪੰਜਾਬ ਦੇ ਜਾਂ ਦੇਸ਼ ਦੇ ਕਿਸਾਨਾਂ ਦੇ ਲੋਕਾਂ ਦਾ ਕਿੰਨਾ ਕੁ ਵੱਡਾ ਹੰਗਾਰਾ ਜੇ ਲੜਾਈ ਲੰਬੀ ਚੱਲਦੀ ਹੈ? ਦੇਖੋ, ਲੋਕਾਂ ਦਾ ਹੰਗਾਰੇ ਦਾ ਤਾਂ ਇੱਥੋਂ ਤੱਕ ਹੈ ਵੀ ਪਿੰਡਾਂ ਦੇ ਪਿੰਡ ਲੋਕਾਂ ਨੇ ਪੰਚਾਇਤਾਂ ਕਰਕੇ ਫੈਸਲੇ ਕਰ ਲਏ ਵੀ ਲੜਾਈ ਲੰਬੀ ਚੱਲਣੀ ਹੈ। ਹਰ ਪਿੰਡ ਨੇ ਮਿਥ ਲਿਆ ਵੀ ਕਿਸੇ ਦਾ ਜਿਹੜਾ ਵੱਡਾ ਪਿੰਡ ਆ ਉੱਥੇ ਵੱਧ ਗਿਣਤੀ, ਜਿੱਥੇ ਛੋਟਾ ਘੱਟ ਗਿਣਤੀ, 10 ਬੰਦੇ 7 ਬੰਦੇ ਜਥੇ ਬਣਾਤੇ, ਇੱਕ ਜਥਾ ਉੱਥੇ ਬੈਠੂਗਾ। ਜਿੰਨੀ ਦੇਰ ਉੱਥੇ ਬੈਠਾ ਉਹਦਾ ਕੰਮ ਪਿਛਲੇ ਸੰਭਾਲਣਗੇ। ਤੇ ਜਦੋਂ ਉਹ ਜਥਾ ਨਵਾਂ ਜਥਾ ਉੱਥੇ ਚਲਾ ਜਾਏਗਾ, ਫਿਰ ਉਹ ਜਥਾ ਵਾਪਸ ਆਏਗਾ। ਇੱਕ ਮਿੰਟ, ਬਾਕੀ ਲੜਾਈ ਦਾ ਲੰਬੀ ਹੈ, ਛੇਤੀ ਮੁੱਕਣ ਵਾਲੀ ਹੈ, ਸਾਡੇ ਹੱਥ ਨਹੀਂ, ਸਰਕਾਰ ਦੇ ਵੱਸ ਹੈ। ਸਰਕਾਰ ਜਦੋਂ ਮੇਜ਼ ਤੇ ਆਉਣਾ ਚਾਹੂਗੀ, ਅਸੀਂ ਹਮੇਸ਼ਾ ਤਿਆਰ ਹਾਂ ਗੱਲਬਾਤ ਲਈ। ਤੇ ਗੱਲਬਾਤ ਨਾਲ ਨਤੀਜਾ ਨਿਕਲਣਾ ਕੋਈ
ਅਸੀਂ ਕੋਈ ਵਾਇਲੈਂਟ ਮੂਵਮੈਂਟ ਤਾਂ ਹੈ ਨਹੀਂ, ਪੀਸਫੁਲ ਮੂਵਮੈਂਟ ਰੱਖੀ ਹੋਈ ਹੈ। ਤੋ ਇਸ ਕਰਕੇ ਇਹਦਾ ਨਾਲ ਇਹਦੀ ਕਿੰਨੀ ਲੰਬਾਈ ਚੱਲੂ ਇਹ ਨਹੀਂ ਕਿਹਾ ਜਾ ਸਕਦਾ। ਰਾਜੇਵਾਲ ਜੀ ਨੂੰ 4 ਮਹੀਨੇ ਹੋ ਜਾਣੇ ਆ, 26 ਤਰੀਕ ਨੂੰ 4 ਮਹੀਨੇ ਹੋ ਜਾਣੇ ਆ। ਬੰਦ ਦੀ ਕਾਲ ਜਿਹੜੀ ਦਿੱਤੀ ਹੈ ਉਹ ਮਾੜੀ ਜੀ ਤਫਸੀਲ ਕਰ ਦਿਓ ਕਿ ਇਸ ਤਰੀਕੇ ਦੀ ਕਾਲ ਹੋਣ ਵਾਲੀ ਹੈ ਕਿ ਤੁਸੀਂ ਇਹ ਵੀ ਗੱਲ ਸਾਹਮਣੇ ਆ ਰਹੀ ਕਿ ਟ੍ਰੇਡ ਯੂਨੀਅਨ ਨੂੰ ਵੀ ਨਾਲ ਲੈ ਰਹੇ ਹੋ ਤੇ ਟਰੱਕ ਯੂਨੀਅਨਸ ਵੀ ਆ ਰਹੀਆਂ ਤੁਹਾਡਾ ਸਾਥ ਕਰਨ। ਉਹ ਰੇਲਵੇ ਅਫਸਰ ਇਕੱਠੇ ਕੰਮ ਹੋਣੇ ਆ ਇਦਾਂ ਦੀ ਨਹੀਂ, ਉਹ ਫੈਸਲਾ ਇਹ ਹੋਇਆ ਵੀ 15 ਤਰੀਕ ਨੂੰ ਬੈਂਕਾਂ ਵਾਲੇ ਪਹਿਲਾਂ ਕਰ ਰਹੇ ਨੇ, ਨਾਲ ਦੂਸਰੀਆਂ ਟ੍ਰੇਡ ਯੂਨੀਅਨਸ ਕਰ ਰਹੀਆਂ। ਅਸੀਂ ਉਹਨਾਂ ਨੂੰ ਸਪੋਰਟ 'ਤੇ ਹਾਂ ਕਿਉਂਕਿ ਪ੍ਰਾਈਵੇਟਾਈਜੇਸ਼ਨ ਦਾ ਅਸੀਂ ਵੀ ਵਿਰੋਧ ਕਰਦੇ ਹਾਂ। ਇਹ ਉਹਨਾਂ ਦੀ ਬੜੀ ਜੈਨੂਨ ਮੰਗ ਹੈ, ਇਸ ਕਰਕੇ ਉਹ ਉਹਨਾਂ ਦਾ ਪਹਿਲਾਂ ਤੋਂ ਪਲਾਨ ਸੀ। ਅਸੀਂ 15 ਤਰੀਕ ਨੂੰ ਉਹਨੂੰ ਸਪੋਰਟ ਦੇਣ ਦਾ ਐਲਾਨ ਕੀਤਾ ਹੈ। ਰਾਜੇਵਾਲ ਜੀ, ਮੇਰੇ ਸੀਨੀਅਰ ਸਹਿਯੋਗੀ ਤਰਲੋਚਨ ਜੀ ਨੇ ਸਵਾਲ ਕੀਤਾ ਸੀ ਹਲੇ ਤੁਹਾਨੂੰ ਰਵਨੀਤ ਬਿੱਟੂ ਦੇ ਰਿਗਾਰਡਿੰਗ। ਰਵਨੀਤ ਬਿੱਟੂ ਨੂੰ ਅੱਜ ਇੱਕ ਇਨਾਮ ਮਿਲਿਆ ਹੈ ਕਾਂਗਰਸ ਵੱਲੋਂ, ਉਹਨਾਂ ਨੂੰ ਐਲਓਪੀ ਬਣਾ ਦਿੱਤਾ ਗਿਆ ਮੌਜੂਦਾ ਸੈਸ਼ਨ ਦੇ ਲਈ ਲੋਕ ਸਭਾ ਦੇ ਵਿੱਚ। ਮੇਰੇ ਏਜੰਡੇ ਤੇ ਰਵਨੀਤ ਬਿੱਟੂ ਨਹੀਂ। ਰਾਜੇਵਾਲ ਜੀ ਪਰ ਉਹਨਾਂ ਦੇ ਉਹਦੇ ਏਜੰਡੇ ਦੇ ਜੀ ਤੋਂ ਡਰ ਲੱਗਦਾ। ਰਾਜੇਵਾਲ ਜੀ ਤੁਸੀਂ ਵੈਸਟ ਬੰਗਾਲ ਜਾ ਰਹੇ ਹੋ 294 ਗੱਡੀਆਂ ਲੈ ਕੇ। ਕੱਲ ਵੈਸਟ ਬੰਗਾਲ 'ਚ ਵਾਇਲੈਂਸ ਹੋਈ ਹੈ, ਮਮਤਾ ਬੈਨਰਜੀ ਤੇ ਅਟੈਕ ਹੋਇਆ। ਬੀਜੇਪੀ ਕਹਿ ਰਹੀ ਹੈ ਕਿ ਉਹ ਅਟੈਕ ਨਹੀਂ, ਉਹ ਡਰਾਮਾ ਹੈ। ਕਿਵੇਂ ਤੁਸੀਂ ਉਸ ਚੀਜ਼ ਨੂੰ ਦੇਖਦੇ ਹੋ? ਨਹੀਂ, ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ। ਅਸੀਂ ਆਪਣੀਆਂ ਜਥੇਬੰਦੀਆਂ ਵੱਲੋਂ 294 ਗੱਡੀਆਂ ਸਾਰੇ ਹਲਕਿਆਂ 'ਚ ਭੇਜਣੀਆਂ, ਜਿਹੜੀਆਂ ਲਿਟਰੇਚਰ ਵੰਡਣਗੀਆਂ, ਪ੍ਰਚਾਰ ਕਰਨਗੀਆਂ। ਅਸੀਂ ਉਹਨਾਂ ਦਾ ਕੀ ਹੋਇਆ ਉਹਨਾਂ ਦੀਆਂ ਉਹ ਜਾਣ। ਬੀਜੇਪੀ ਦੇ ਖਿਲਾਫ ਪ੍ਰਚਾਰ ਕਰਨ ਜਾ ਰਹੇ, ਪਰ ਫਿਰ ਵੀ ਜੇਕਰ ਬੀਜੇਪੀ ਪ੍ਰਚਾਰ ਖਿਲਾਫ ਕਰਨ ਦੇ ਬਾਵਜੂਦ ਵੀ ਅਗਾਂਹ ਲੰਘ ਜਾਂਦੀ ਹੈ ਜੀ, ਤੇ ਆਪਾਂ ਨੂੰ ਮੋਰਚੇ ਦੇ ਇਹਦੇ ਨਾਲ ਕੋਈ ਨੁਕਸਾਨ ਨਹੀਂ ਜੀ ਫਿਰ ਵੀ? ਕਿਉਂਕਿ ਤੁਸੀਂ ਬੀਜੇਪੀ ਦੇ ਪ੍ਰਚਾਰ ਖਿਲਾਫ ਕੀਤਾ ਫਿਰ ਵੀ ਉਹ ਨਹੀਂ, ਕੋਈ ਨੁਕਸਾਨ ਨਹੀਂ ਹੋਣ ਵਾਲਾ। ਅਸੀਂ ਲੋਕਾਂ 'ਚ ਅਵੇਅਰਨੈਸ ਲਿਆ ਰਹੇ ਹਾਂ। ਜਿੰਨਾ ਅੰਦੋਲਨ ਲੰਬਾ ਹੋਈ ਜਾਏਗਾ ਉਨੀ ਅਵੇਅਰਨੈਸ ਵੱਧ ਆਏਗੀ। ਇਸ ਅੰਦੋਲਨ ਦੇ ਬਹੁਤ ਸਾਰੇ ਸਿੱਟੇ ਨਿਕਲਣਗੇ। ਸਿਰਫ 3 ਕਾਨੂੰਨਾਂ ਤੱਕ ਸੀਮਤ ਨਹੀਂ ਰਹਿਣਾ। ਜਿਹੜਾ ਇਸ ਵੇਲੇ ਦੀ ਇਸ ਅੰਦੋਲਨ ਤੋਂ ਪਹਿਲਾਂ ਦੀ ਸਥਿਤੀ ਇਹ ਸੀ, ਮੋਦੀ ਦੇ ਵਿਰੁੱਧ ਕੋਈ ਅੰਦੋਲਨ ਕਰਨ ਲਈ ਤਿਆਰ ਨਹੀਂ ਸੀ। ਹੁਣ ਲੋਕੀ ਬਾਹਰ ਨਿਕਲੇ ਆ, ਤਾਂ ਇਸ ਅੰਦੋਲਨ ਦਾ ਬਹੁਤ ਕੁਝ ਬਹੁਤ ਪਾਸੇ ਮਲਟੀ। ਸਰ ਤੁਸੀਂ ਕਿਹਾ ਵੀ ਕੋਈ ਅਸਰ ਨਹੀਂ ਪਏਗਾ ਜੇ ਬੀਜੇਪੀ ਅੱਗੇ ਲੰਘ ਵੀ ਜਾਂਦੀ ਹੈ। ਅਭੀ ਅਸੀਂ ਅਵੇਅਰ ਕਰਨ ਜਾ ਰਹੇ ਹਾਂ ਲੋਕਾਂ ਨੂੰ। ਹਰਿਆਣੇ ਦੇ ਲੋਕ ਅਵੇਅਰ ਨਹੀਂ ਹੋਏ, ਜਿਹੜਾ ਕੱਲ ਮਤਾ ਪਾਇਆ ਗਿਆ ਹਰਿਆਣਾ ਵਿਧਾਨ ਸਭਾ ਦੇ ਵਿੱਚ, ਫਿਰ ਵੀ ਬੀਜੇਪੀ ਵੱਲੋਂ ਨਹੀਂ, ਉਹ ਐਮਐਲਏ ਅਵੇਅਰ ਨਹੀਂ ਹੋਏ, ਲੋਕੀ ਤਾਂ ਅਵੇਅਰ ਹੋਏ ਆ। ਲੋਕਾਂ ਨੇ ਤਾਂ ਜਾ ਕੇ ਮੰਗ ਕੀਤੀ, ਉਹਨਾਂ ਨੂੰ ਮੈਮੋਰੈਂਡਮ ਦਿੱਤੇ, ਉਹਨਾਂ ਦੇ ਘਰਾਂ ਦੇ ਨੋਟਿਸ ਲਾਇਆ। ਲੋਕੀ ਤਾਂ ਉਹਨਾਂ ਦੇ ਘਰਾਂ ਅੱਗੇ ਧਰਨੇ ਤੇ ਹੀ ਬੈਠੇ ਆ। ਐਮਐਲਏ ਅਵੇਅਰ ਨਹੀਂ ਹੋਏ। ਉਹਨਾਂ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਲੋਕਾਂ ਨੇ ਵੀ ਆ ਤਾਂ ਸਰਕਾਰ ਤੋਂ ਬਾਹਰ ਆਓ, ਨਹੀਂ ਫਿਰ ਪਿੰਡਾਂ ਵਿੱਚ ਨਾ ਆਇਓ। ਰਾਜੇਵਾਲ ਸਾਹਿਬ, ਤੁਹਾਡਾ ਇਹ ਅੰਦੋਲਨ ਜਿਹੜਾ ਨਿਊ ਇਕਨੋਮਿਕ ਪਾਲਿਸੀ 94 ਦੇ ਵਿੱਚ ਆਈ ਸੀ, ਉਸ ਦੇ ਖਿਲਾਫ ਲੋਕਾਂ ਨੂੰ ਕਿੰਨਾ ਕਰ ਅਵੇਅਰ ਕਰ ਰਹੇ ਆ? ਦੇਖੋ, ਅੰਦੋਲਨ ਸ਼ੁਰੂ ਹੋਇਆ ਉਦੋਂ ਤੇ ਜਦੋਂ ਸ਼ੁਰੂ ਹੋਇਆ ਉਦੋਂ ਅੱਜ ਤੱਕ ਦਾ ਫਰਕ ਦੇਖ ਲਓ। ਸਮਾਂ ਹਰ ਚੀਜ਼ ਨੂੰ ਲੱਗਦਾ ਹੈ। ਹੁਣ ਸਾਰੇ ਦੇਸ਼ ਦੇ ਲੋਕਾਂ ਨੇ ਸੋਚਣਾ ਸ਼ੁਰੂ ਕਰ ਦਿੱਤਾ ਹੈ। ਸਾਨੂੰ ਯਕੀਨ ਹੈ ਅੰਦੋਲਨ ਅੱਗੇ ਵਧੇਗਾ। ਅਸੀਂ ਇਤੋਂ ਜਿਹੜੇ ਇਹ ਨਵੀਆਂ ਜਿਹੜੀਆਂ ਲਿਬਰਲ ਪਾਲਿਸੀਜ਼ ਨੇ ਇਹ ਤੋਂ ਆਜ਼ਾਦ ਕਰਾ ਸਕਾਂਗੇ ਲੋਕਾਂ ਨੂੰ। ਰਾਜੇਵਾਲ ਸਾਹਿਬ, ਜਿਹੜਾ ਬਜਟ ਪੇਸ਼ ਕੀਤਾ ਪੰਜਾਬ ਸਰਕਾਰ ਨੇ, ਇਸ ਵਾਰ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਕਿਸਾਨਾਂ ਦੇ ਹਿਤੈਸ਼ੀ ਹਾਂ। ਬਹੁਤ ਸਾਰਾ ਕਰਜ਼ਾ ਪਹਿਲਾਂ ਵੀ ਮਾਫ ਕੀਤਾ, ਹੁਣ ਵੀ ਕੁਝ ਕਿਸਾਨਾਂ ਦਾ ਉਹਨਾਂ ਨੇ ਕਿਹਾ ਕਿ ਕਰਜ਼ਾ ਮਾਫ ਕਰਾਂਗੇ। ਉਹਨਾਂ ਦੇ ਵਾਅਦੇ ਦੇ ਨੇੜੇ ਤੇੜੇ ਵੀ ਨਹੀਂ। ਇਹਨਾਂ ਤਾਂ ਵਿਆਜ ਪੈ ਗਿਆ। ਜੇ ਹੁਣ ਆ ਕੇ 5 ਸਾਲਾਂ ਬਾਅਦ ਜਿਹੜਾ ਮਾਫ ਕਰਨ ਲੱਗੇ ਨੇ, ਇਹਨਾਂ ਤਾਂ 5 ਸਾਲ ਦਾ ਵਿਆਜ ਕਿਹੜਾ। ਇਹ ਤਾਂ ਊਂਠ ਦਾ ਬੁੱਲ ਸੀ, ਦੇਖੀ ਗਏ ਆ ਵੀ ਹੁਣ ਡਿੱਗੂ। ਉਹ ਡਿੱਗਿਆ ਹੈ ਨਹੀਂ ਹੁਣ ਸੀ। ਤੁਸੀਂ ਉਮੀਦ ਕਿਸਾਨ ਤਾਂ ਫਸਿਆ ਵਿਚਾਰੇ। ਬਜਟ ਤੋਂ ਕੈਪਟਨ ਸਰਕਾਰ ਤੋਂ ਕੀ ਉਮੀਦ ਕਰਦੇ ਸੀ? ਕੀ ਹੋਣਾ ਚਾਹੀਦਾ? ਹੁਣ ਜਾਂਦੇ ਤੋਂ ਕੀ ਉਮੀਦ ਕਰਾਂਗੇ? ਹਾਲੇ 1 ਸਾਲ ਪਿਆ ਨਹੀਂ ਚੱਲਿਆ ਉਹ ਤਾਂ। ਹੁਣ ਉਹ ਤੇ ਕੀ ਉਮੀਦ ਕਰਨੀ ਹੈ? ਲਾਸਟ ਬਜਟ ਪੇਸ਼ ਕਰਤਾ ਹੁਣ, ਜਿਹੜਾ ਕੁਝ ਉਹਨੇ ਇਹਦੇ 'ਚ ਖੇ ਉਡਾਈ ਹੈ, ਹੁਣ ਉਹ ਤੇ ਕੀ ਉਮੀਦ ਕਰਨੀ ਹੈ? ਕਈ ਵਾਰ ਡੱਲੇਵਾਲ ਸਾਹਿਬ ਵੀ ਕਹਿ ਦਿੰਦੇ ਆ ਕਿ ਇਹ ਜਿਹੜਾ ਕਿਸਾਨਾਂ ਦੀ ਲੜਾਈ ਹੈ ਹੁਣ ਅਲਟੀਮੇਟਲੀ ਇਸ ਤੋਂ ਬਾਅਦ ਜਿਹੜਾ ਗੈਟ ਹੈਗਾ ਜਨਰਲ ਐਗਰੀਮੈਂਟ ਔਨ ਟ੍ਰੇਡ ਐਂਡ ਟੈਰਿਫ ਉਸਦੇ ਤੱਕ ਜਾਏਗੀ ਕਿ ਉਸ ਤੋਂ ਬਾਅਦ ਇੰਡੀਆ ਨੂੰ ਬਣਾਉਣ ਵਾਸਤੇ ਅਸੀਂ ਲੜਾਈ ਲੜਾਂਗੇ। ਨਹੀਂ, ਇਹ ਸਾਰਾ ਕੁਝ ਹੋਈ ਰਿਹਾ। ਉਹਨਾਂ ਪਾਲਿਸੀ ਦਾ ਹੀ ਵਿਰੋਧ ਹੋ ਰਿਹਾ। ਰਾਜੇਵਾਲ ਸਾਹਿਬ, ਇੱਕ ਜਿਹੜੇ ਨਵੇਂ ਪ੍ਰੋਗਰਾਮ ਤੁਸੀਂ ਐਲਾਨ ਕੀਤੇ ਉਹਨਾਂ ਦੇ ਵਿੱਚ ਕਿਹਾ ਕਿ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦੇ ਵਿਰੁੱਧ ਵੀ ਅਸੀਂ ਪ੍ਰਦਰਸ਼ਨ ਕਰਾਂਗੇ 19 ਤਾਰੀਖ ਦਾ ਜੀ। ਭਵਿੱਖ ਦੇ ਵਿੱਚ ਮੀਟਿੰਗ ਹੁੰਦੀ ਹੈ ਸਰਕਾਰ ਦੇ ਨਾਲ, ਕੀ ਸਰਕਾਰ ਦੇ ਨਾਲ ਇਹ ਏਜੰਡੇ ਤੇ ਵੀ ਆ ਸਕਦੀ ਹੈ? ਇਹ ਮੰਗ ਸਰਕਾਰ ਨਾਲ ਮੀਟਿੰਗ ਦੇ ਵਿੱਚ ਵੀ ਇਹ ਤਾਂ ਆਲਰੇਡੀ ਰੱਖਿਆ ਸੀ। ਇਹ ਵੀ ਡੀਜ਼ਲ ਪੈਟਰੋਲ ਔਰ ਗੈਸ ਦੀਆਂ ਕੀਮਤਾਂ, ਈਵਨ ਇਹ ਤੋਂ ਛੱਡੋ, ਜਿਹੜਾ ਇਸੈਂਸ਼ੀਅਲ ਕਮੋਡਿਟੀਜ਼ ਐਕਟ ਹੈ ਉਹ ਸਿੱਧਾ ਆਮ ਸ਼ਹਿਰੀ ਤੇ ਅਸਰ ਹੁੰਦਾ। ਉਹ ਸਾਡੀ ਮੇਨ ਡਿਮਾਂਡ ਹੈ। ਜਿਹੜੀਆਂ 3 ਕਾਨੂੰਨ ਨੇ ਉਹਦੇ ਵਿੱਚ ਇੱਕ ਹੈ। ਰਾਜੇਵਾਲ ਸਾਹਿਬ, ਤੁਸੀਂ ਕਿਸਾਨ ਆਗੂ ਸਮੇਂ ਉੱਤੇ ਕਿਸਾਨਾਂ ਨੂੰ ਦਿਸ਼ਾ ਦਿਖਾਉਂਦੇ ਰਹਿੰਦੇ ਹੋ। ਪੰਜਾਬ ਦੀ ਗੱਲ ਕਰੀਏ ਤਾਂ ਕਿਸਾਨ ਅੰਦੋਲਨ ਦੇ ਕਰਕੇ ਹਾਲੇ ਸ਼੍ਰੋਮਣੀ ਅਕਾਲੀ ਦਲ ਦੇ ਪੈਰ ਨਹੀਂ ਲੱਗ ਰਹੇ ਤੇ ਕਿਸਾਨਾਂ ਤੋਂ ਤੁਸੀਂ ਕਾਂਗਰਸ ਖਫਾ ਹੈਗੀ ਹੈ। ਤੁਸੀਂ ਖੁਦ ਦੱਸਿਓ ਕਿ ਕਾਂਗਰਸ ਤੋਂ ਤੁਸੀਂ ਖਫਾ ਗਏ ਹੋ
ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਆਉਣ ਵਾਲੀ ਚੋਣਾਂ ਹੋਣ ਜਾ ਰਹੀਆਂ ਨੇ, ਤੁਸੀਂ ਕੀ ਦਿਸ਼ਾ ਦੋਗੇ ਕਿਸਾਨਾਂ ਨੂੰ, ਕਿਸ ਦਿਸ਼ਾ ਵੱਲ ਜਾਣਾ ਚਾਹੀਦਾ ਹੈ, ਕਿਹਨੂੰ ਵੋਟ ਪਾਉਣੀ ਚਾਹੀਦੀ ਹੈ? ਇਹ ਜਦੋਂ ਵੋਟਾਂ ਦਾ ਐਲਾਨ ਹੋਊ ਉਦੋਂ ਦੇਖਾਂਗੇ, ਹਾਲੇ ਤਾਂ ਸਾਨੂੰ ਅੰਦੋਲਨ ਲੜ ਲੈਣ ਦਿਓ। ਰਾਜੇਵਾਲ ਸਾਹਿਬ, ਜਿਹੜੀ ਹੁਣ ਈਡੀ ਦੀ ਰੇਡ ਦਾ ਕੰਮ ਸ਼ੁਰੂ ਹੈ, ਸੁਖਪਾਲ ਸਿੰਘ ਖਹਿਰਾ ਤੇ ਹੋਇਆ ਹੈ ਜਿਵੇਂ, ਜਾਂ ਹੋਰ ਕਈ ਆਗੂਆਂ ਤੇ ਹੋਇਆ, ਤੁਸੀਂ ਕਿਵੇਂ ਵੇਖਦੇ ਹੋ ਕਿ ਸਿਰਫ ਕਿਸਾਨਾਂ ਦੇ ਹੱਕ ਦੇ ਵਿੱਚ ਆਉਣ ਦੀ ਸਜ਼ਾ ਮਿਲ ਰਹੀ ਹੈ? ਇਹ ਇਕੱਲਾ ਇਹ ਈਡੀ ਦਾ ਨਹੀਂ, ਉਹ ਇੰਨੇ ਬੁਖਲਾਏ ਹੋਏ ਨੇ ਕੇਂਦਰ ਵਾਲੇ। ਪਹਿਲਾਂ NIA ਦੇ ਨੋਟਿਸ ਇੱਥੇ ਆਮ ਲੋਕਾਂ ਨੂੰ ਦੇਣ ਲੱਗ ਪਏ ਜਿਹੜੇ ਉੱਥੇ ਗਏ। ਕੋਈ ਜਾਂਦਾ ਬੰਦਾ, ਉਹਦੀ ਗੱਡੀ ਦਾ ਨੰਬਰ ਨੋਟ ਕੀਤਾ, ਉਹ ਦੇਖਿਆ ਕਿਹਦੀ ਗੱਡੀ ਆ, ਉਹਨੂੰ ਨੋਟਿਸ ਦੇ ਦਿਓ। NIA ਦੇ ਨੋਟਿਸ ਆਉਂਦੇ ਨੇ। ਉਹ ਜਦੋਂ ਅਸੀਂ ਵਿਰੋਧ ਕੀਤਾ ਬੰਦ ਹੋ ਗਏ। ਹੁਣ 160 ਦੇ ਨੋਟਿਸ ਦੇਣ ਲੱਗ ਗਏ। ਹੁਣ ਹੈ ਕੱਖ ਨਹੀਂ ਉਹਦੇ ਵਿੱਚ 160 ਦਾ, ਉਹਨਾਂ ਦੀ ਜੁਰਿਸਡਿਕਸ਼ਨ 'ਚ ਨਹੀਂ ਨੋਟਿਸ ਦੇਣਾ। ਇੱਕ ਥਾਣੇ ਤੋਂ ਦੂਜੇ ਥਾਣੇ ਦੇ ਏਰੀਏ 'ਚ ਜਾਣਾ ਤਾਂ ਵੀ ਕੋਰਟ ਤੋਂ ਮਨਜ਼ੂਰੀ ਲੈਣੀ ਹੁੰਦੀ ਆ। ਉਹ ਸਿਰਫ ਉੱਥੇ ਡਰਾ ਕੇ ਬੰਦੇ ਨੂੰ ਉੱਥੇ ਬੁਲਾਉਂਦੇ ਨੇ। ਸਾਡੀ ਇਨਫੋਰਮੇਸ਼ਨ ਮੁਤਾਬਕ ਇਹ ਵੀ 40-45 FIRs ਅਨਨੇਮਡ ਉਹਨਾਂ ਨੇ ਦਰਜ ਕੀਤੀਆਂ ਹੋਈਆਂ। ਜਿਹੜਾ ਉਹਨਾਂ ਦੇ ਚੁੰਗਲ 'ਚ ਫਸ ਜਾਂਦਾ, ਚਲਿਆ ਜਾਂਦਾ, ਉਹਨੂੰ ਕਹਿੰਦੇ ਨੇ ਲੈ ਤੂੰ ਇਹਦੇ 'ਚ ਫਿੱਟ ਕਰ। ਤੇ ਅਸੀਂ ਲੋਕਾਂ ਨੂੰ ਕਿਹਾ ਵੀ ਜਿਹੜੇ 160 ਦੇ ਨੋਟਿਸ ਆਉਂਦੇ ਨੇ, 191 ਦੇ ਨੋਟਿਸ ਆਉਂਦੇ ਨੇ, ਚੁੱਲ੍ਹੇ ਸਿੱਟ ਦਿਓ, ਅਸੀਂ ਜ਼ਿੰਮੇਵਾਰ ਹਾਂ। ਉਹ ਇਹ ਡਰਾਉਣ ਦੀ ਤਕਨੀਕ ਹੈ, ਇਹੀ ਈਡੀ ਡਰਾਉਣ ਦੀ ਤਕਨੀਕ ਹੈ। ਪਿੱਛੇ ਰਹਿ ਗਿਆ ਸੀਗਾ, ਕਹਿਣ ਦਾ ਭਾਵ ਕਿ ਜੇ ਆਉਂਦੀਆਂ ਚੋਣਾਂ, ਜੇ ਅੰਦੋਲਨ ਲੰਮਾ ਚੱਲਦਾ ਹੈ, ਤੁਸੀਂ ਬਕਾਇਦਾ ਐਲਾਨ ਕਰੋਗੇ ਕਿਸਾਨਾਂ ਨੂੰ ਕਿ ਪੰਜਾਬ ਦੇ ਵਿੱਚ ਕਿਸ ਜਦੋਂ ਆਏਗੀ, ਚਿੰਤਾ ਨਾ ਕਰੋ, ਉਦੋਂ ਫੈਸਲਾ ਕਰਾਂਗੇ। ਮੋਰਚੇ ਵੱਲੋਂ ਇਹ ਕਿਹਾ ਗਿਆ ਸੀ ਕਿ ਮੌਸਮ ਬਦਲ ਰਿਹਾ, ਅੱਗੇ ਗਰਮ ਮੌਸਮ ਆ ਰਿਹਾ ਹੈ, ਸਹੂਲਤਾਂ ਦੇਣੀਆਂ ਸੀ। ਕੀ ਮੋਰਚਾ ਉਹਨਾਂ ਦੇ ਹੁਣ ਕੰਮ ਕਰ ਰਿਹਾ? ਕੀ ਕੁਝ ਹੋਗਾ ਜਿਵੇਂ ਮੋਟਰਾਂ ਪਾਉਣ ਦੀ ਗੱਲ ਕੀਤੀ? ਪੱਕੇ ਜਾ ਕੇ ਦੇਖੋ ਤੇ ਲੱਗਣ ਲੱਗ ਗਏ। ਇਹ ਕੂਲਰ ਪਹੁੰਚ ਗਏ ਉੱਥੇ। ਲੋਕ ਆਪ AC ਲਾਈ ਜਾਂਦੇ ਹੈ ਉੱਥੇ। ਮੈਨੂੰ ਕੱਲ ਕੋਈ ਕਹਿ ਰਿਹਾ ਸੀ ਕਿ ਵੀ ਜਨਰੇਟਰ ਲੈਣ ਆਏ ਹੋਏ ਆ ਬੰਦੇ। ਇਸ ਕਰਕੇ ਇਹ ਤਾਂ ਪੰਜਾਬੀਆਂ ਨੂੰ ਇਹ ਸਾਰਾ ਕੁਝ ਆਉਂਦਾ ਹੈ। ਰਵੀ ਪੁੱਛ ਰਿਹਾ ਕਿ ਸੰਯੁਕਤ ਮੋਰਚੇ ਵੱਲੋਂ ਕੀ ਯੋਗਦਾਨ ਪਾਇਆ ਜਾ ਰਿਹਾ ਆਪਣੇ ਫੰਡ ਚੋਂ? ਨਹੀਂ, ਆਪਣੇ ਫੰਡ ਚੋਂ ਨਹੀਂ, ਫੰਡ ਲੋਕਾਂ ਦਾ ਹੀ ਆ। ਉਹ ਵੀ ਜੋ ਕੁਝ ਵੀ ਅਸੀਂ ਕਦੇ ਲੰਗਰ 'ਚ ਕੰਟਰੀਬਿਊਟ ਕਰਦੇ ਨੇ, ਲੋਕੀ ਉਹ ਦਿੰਦੇ ਨੇ। ਜਿਹੜਾ ਹੁਣ ਉੱਥੇ ਜਾ ਕੇ ਸਮਾਨ ਇੰਨਾ ਦਿੱਤਾ ਹੈ, ਉਹ ਲੋਕਾਂ ਨੇ ਟਰੱਕਾਂ ਦੇ ਟਰੱਕ ਭਰ ਕੇ ਜਾ ਕੇ ਵੰਡੇ ਨੇ। ਜਿਹੜਾ ਇਹਨਾਂ ਦਾ ਆਨਸਰ ਆ ਉਹਦਾ ਦੇ ਦਈਏ ਜੀ। ਜਿਹੜਾ ਤੁਸੀਂ ਸੋਚਣਾ ਚਾਹੁੰਦੇ ਹੋ ਵੀ ਸੰਯੁਕਤ ਮੋਰਚੇ ਨੇ ਕੀ ਕੀਤਾ, ਸੰਯੁਕਤ ਮੋਰਚੇ ਦਾ ਫਾਈਨੈਂਸ਼ਲੀ ਜਿਹੜਾ ਹੈਗਾ ਉਹ ਲੋਕਾਂ 'ਤੇ ਨਿਰਭਰ ਆ। ਤੇ ਜਿਹੜੀਆਂ ਜਥੇਬੰਦੀਆਂ ਨੇ ਉਹ ਵੀ ਇੱਕ ਆਰਗੇਨਾਈਜੇਸ਼ਨ ਨੇ, ਸਾਰੀਆਂ 32 ਨੇ, ਠੀਕ ਹੈ। ਪਰ ਮੈਂ ਤੁਹਾਨੂੰ ਇਹ ਦੱਸਣਾ ਨਾ, ਇਹ ਫਾਈਨੈਂਸ ਲੱਭਦੇ ਨੂੰ ਤਾਂ ਮੋਦੀ ਨੂੰ ਬਹੁਤ ਦੇਰ ਹੋ ਗਿਆ, 4-5 ਮਹੀਨੇ ਹੋ ਗਏ ਵੀ ਕਿੱਥੋਂ ਫਾਈਨੈਂਸਿੰਗ ਹੋ ਰਹੀ ਹੈ, ਕਿੱਥੋਂ ਲੰਗਰ ਚੱਲਦੇ ਆ, ਕਿੱਥੋਂ AC ਲੱਗਦੇ ਆ। ਲੋਕ ਆਪ ਸੇਵਾ ਦੇ ਰਹੇ ਆ। ਜਿਹੜੇ ਨਹੀਂ ਜਾ ਪਾਉਂਦੇ ਉਹ ਆਪਣੀ ਸੇਵਾ ਭੇਜਦੇ ਆ। ਜਿਹੜਾ ਫਿਜ਼ੀਕਲ ਜਾ ਸਕਦਾ ਉਹ ਆਪਣੀ ਫਿਜ਼ੀਕਲ ਉੱਤੇ ਹਾਜ਼ਰੀ ਲਗਵਾ ਕੇ ਆਉਂਦਾ। ਇਹ ਜਿਹੜਾ ਫਾਈਨੈਂਸ ਆ ਇਹ ਮੋਦੀ ਨੂੰ ਨਹੀਂ ਲੱਭਿਆ, ਆਪਾਂ ਨੂੰ ਨਹੀਂ ਲੱਭਣਾ, ਉਹਨੂੰ ਲੱਭ ਲੈਣ ਦਿਓ। ਫਿਰ ਹੁਣ ਰਾਜੇਵਾਲ ਸਾਹਿਬ, ਆ ਗਿਆ ਚੱਪੜ ਜਿਹੜੀ ਹੋਈ ਸੀ ਹੁਣ ਰੈਲੀ, ਨਹੀਂ ਮੈਂ ਜਸ ਬਾਜਵਾ ਜਿਹੜੇ ਹੈਗੇ ਨੇ ਕਲਾਕਾਰ, ਉਹਨਾਂ ਨੇ ਇੱਕ ਸਲਾਹ ਦਿੱਤੀ ਹੈ ਜਥੇਬੰਦੀਆਂ ਨੂੰ ਨਹੀਂ ਕਿ ਦੀਪ ਸਿੱਧੂ ਦੇ ਮਾਮਲੇ ਉੱਤੇ ਜਿਹੜੇ ਬਹੁਤ ਨਹੀਂ, ਪਲੀਜ਼ ਬਹੁਤ ਸਲਾਹਾਂ ਹੀ ਆਉਂਦੀਆਂ ਨੇ। ਹੁਣ ਪਲੀਜ਼ ਮੈਂ ਹੁਣ ਮਾਫੀ ਚਾਹਾਂਗਾ ਵੀ ਸਾਡੀ ਫਲਾਈਟ ਹੈ। ਠੀਕ ਹੈ ਸਰ, ਰਾਜੇਵਾਲ ਸਾਹਿਬ ਕਿਸੇ ਦਾ ਵੀ ਨਾ ਕਰਿਓ 1-to-1 ਨਾ, 1-to-1 ਹਾਂ।